यू कैन लव मोदी, यू कैन हेट मोदी, बट यू कैन नेवर इग्नोर मोदी। यही सब कुछ देखने को मिल रहा है क्योंकि केंद्र की सरकार ने अचनचेत ही पार्लीमेंट का स्पैशल खास इजलास बुलाने के लिए 18 सैप्टेंबर तो बाद 5 दिन लगातार चलेगा। वो नोटिफिकेशन कड्डी है, ਉਹਦੇ ਵਿੱਚ मुद्दे की होणगे, प्रोग्राम की होएगा, वो तो हजे पता नहीं है। पर इस करके बड़िया वड्डे लैवल ते स्पैकुलेशनस चल रही ने। उन्हां स्पैकुलेशनस ने ही हैडलाइनस ਨੂੰ बदल के रख दिता। एक पासे इंडिया विद डॉट्स इन बिटवीन ਉਹਦੇ ਅਲਾਈਅੰਸ ਦੀ ਗੱਲ ਚੱਲ ਰਹੀ ਹੈ, ਉਹਨਾਂ ਦੀ ਆਪਣੀਆਂ ਸੈਟਿੰਗਾਂ ਹੋ ਰਹੀਆਂ ਨੇ ਕਿ ਕਿਵੇਂ ਸੀਟਾਂ ਦੀ ਉਹ ਆਪਸ ਦੇ ਵਿੱਚ ਸ਼ੇਅਰਿੰਗ ਕਰਨਗੇ। ਔਰ ਦੂਸਰੇ ਪਾਸੇ ਇੱਕ ਬਹੁਤ ਵੱਡੇ ਲੈਵਲ ਤੇ ਸਪੈਕੂਲੇਸ਼ਨਸ ਕਿ ਕੀ ਹੋਣ ਜਾ ਰਿਹਾ ਪਾਰਲੀਮੈਂਟ ਦੇ ਵਿੱਚ, ਕੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਮੁੱਦਾ ਲੈ ਕੇ ਆ ਰਿਹਾ, ਸਿਰਫ 5 ਦਿਨਾਂ ਦੇ ਵਿੱਚ ਕਿਵੇਂ ਮੁਕੰਮਲ ਹੋਏਗਾ। ਇਹ ਸਪੈਕੂਲੇਸ਼ਨ ਕਿਉਂ ਆਈ? ਕਿਉਂਕਿ ਰਾਮ ਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਇੰਡੀਆ ਦੇ, ਉਹਨਾਂ ਦੇ अधीन एक कमेटी बना दी गई है टू चैक द फिजिबिलिटी कि वन नेशन वन इलैक्शन होना चाहिए। नाल ही एक बहुत इंपॉर्टेंट मसला पंजाब दे नाल जुड़िया, पंजाब दीयां हक्की मंगां नाल जुड़िया, राजधानी दा मसला चंडीगढ़, जिहदे बारे अज दे समय दे विच तां ज़्यादा चर्चा, गहराई दे विच चर्चा, डिमांड नहीं हैगी। पर राजनीति समय तो समय हुंदी है। चीफ जस्टिस ऑफ इंडिया सुप्रीम कोर्ट दे विच कश्मीर के मुद्दे ते धारा 370 ते सुनवाई हुंदे होए बहुत इंपॉर्टेंट गल कहंदे आ चंडीगढ़ के बारे। और अज दे इस प्रोग्राम दे विच मैं मनवीर कौर इसे ते ही चर्चा करन लई तुहाडे सामने आ। मेरे नाल रणजीत सिंह कुकी गिल जी इस प्रोग्राम च तुसीं जाणदे हो हुंदे आ। और रणजीत सिंह कुकी गिल जी ਇਹ ਜਿਹੜੀਆਂ ਹੱਕੀ ਮੰਗਾਂ ਨੇ ਪੰਜਾਬ ਦੀਆਂ, ਇਸ ਸੰਘਰਸ਼ ਦਾ ਹਿੱਸਾ ਰਹੇ ਨੇ। ਸੋ ਚੰਡੀਗੜ੍ਹ ਦਾ ਮਸਲਾ ਜਦੋਂ ਚੀਫ ਜਸਟਿਸ ਦੇ ਮੂੰਹੋਂ ਆਉਂਦਾ ਹੈ, ਉਹਨੂੰ ਲੈ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਕੀ ਗਿੱਲ ਜੀ ਅੱਗੇ ਜਾਵਾਂਗੇ। ਔਰ ਨਾਲ ਹੋਰ ਵੀ ਅਹਿਮ ਮਸਲੇ ਇੰਟਰਨੈਸ਼ਨਲ ਤੇ ਲੋਕਲ ਸਾਡੇ ਉਹ ਵੀ ਨਾਲ ਉਠਾਵਾਂਗੇ। ਮੈਂ ਸਭ ਤੋਂ ਪਹਿਲਾਂ ਕੁਕੀ ਗਿੱਲ ਜੀ ਨੂੰ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ ਜੀ। ਮੋਸਟ ਵੈਲਕਮ। ਥੈਂਕ ਯੂ ਸੋ ਮਚ ਮਨਵੀਰ, ਸਤਿ ਸ਼੍ਰੀ ਅਕਾਲ। ਸਰ, ਕੇਂਦਰ ਦੀ ਨਿਊਜ਼ ਹੈਗੀ ਆ ਸਪੈਸ਼ਲ ਸੈਸ਼ਨ ਜਿਹੜਾ ਸੱਦ ਲਿਆ ਗਿਆ ਪਾਰਲੀਮੈਂਟ ਦਾ 18 ਸੈਪਟੈਂਬਰ ਤੋਂ ਬਾਅਦ। ਇਹਦੇ ਵਿੱਚ ਹੋਏਗਾ ਕਿ ਪ੍ਰੋਗਰਾਮ ਸਾਨੂੰ ਨਹੀਂ ਕਿਸੇ ਨੂੰ ਵੀ ਦੱਸਿਆ, ਇਸ ਕਰਕੇ ਸੰਭਾਵਨਾਵਾਂ ਲਾਉਣ ਦੀ ਜਿਹੜੀ ਤੇਜ਼ੀ ਹੈ, ਕਨਸਪਾਇਰੇਸੀ ਥਿਊਰੀਜ਼ ਬਿਲਡ ਕਰਨ ਦੀ ਤੇਜ਼ੀ ਹੈ, ਉਹ ਬਹੁਤ ਵੱਧ ਗਈ ਹੈ ਜੀ। ਅਨੁਮਾਨ ਲਗਾਇਆ ਜਾ ਰਿਹਾ ਕਿ ਵਨ ਨੇਸ਼ਨ ਤੇ ਵਨ ਇਲੈਕਸ਼ਨ ਹੋਏਗਾ ਕਿਉਂਕਿ ਕੇਂਦਰ ਵੱਲੋਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਧੀਨ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਕਿ ਤੁਸੀਂ ਚੈੱਕ ਕਰੋ ਕਿ ਇਹ ਹੋਣਾ ਚਾਹੀਦਾ, ਇਹਦਾ ਕਿਵੇਂ ਹੋਏਗਾ ਐਂਡ ਐਵਰੀਥਿੰਗ। ਸੋ ਕੀ ਲੱਗਦਾ ਹੈ ਕਿ ਕੀ ਇਹ ਚੀਜ਼ ਜਿਹੜੀ ਹੈ ਮੇਅਰ ਹੈਡਲਾਈਨਸ ਖਿੱਚਣ ਦੇ ਲਈ ਹੈ, ਮੇਅਰ ਇੱਕ ਲੋਕਾਂ ਦੇ ਵਿੱਚ ਐਂਗਜ਼ਾਇਟੀ ਪੈਦਾ ਕਰਨ ਦੇ ਲਈ ਹੈ, ਜਾਂ ਲੋਕਾਂ ਨੂੰ ਰਿਅਲਾਈਜ਼ ਕਰਾਉਣ ਦੇ ਲਈ ਆ ਕਿ ਮੈਂ ਹੈਗਾ ਆ ਐਂਡ ਆਈ ਕਾਂਟ ਬੀ ਇਗਨੋਰਡ। ਆਈ ਤੋਂ ਮਤਲਬ ਹੈ ਕੇਂਦਰ ਸਰਕਾਰ ਜੋ ਬੀਜੇਪੀ ਦੀ ਹੈ। ਸਰ, ਕੀ ਕਹਿਣਾ ਚਾਹੋਗੇ? ਇਹ ਜਿਹੜਾ ਇਹਨਾਂ ਨੇ ਨਵਾਂ ਸੈਸ਼ਨ ਸੱਦਿਆ ਹੈਗਾ ਫਰੋਮ 18 ਸੈਪਟੈਂਬਰ ਟੂ 22 ਸੈਪਟੈਂਬਰ, ਇਹ ਇੱਕ ਬੜੀ ਮਤਲਬ ਕਿ ਇੱਕ ਅਚਨਚੇਤ ਲਿਆ ਗਿਆ ਫੈਸਲਾ ਹੈਗਾ। ਇਹ ਵੀ ਸ਼ੋਅ ਕਰਦਾ ਕਿ ਇਹਨਾਂ ਦੀ ਜਿਹੜੀ ਅਟਰ ਕਨਫਿਊਜ਼ਨ ਹੈ ਇਸ ਟਾਈਮ ਦੇ ਵਿੱਚ ਜਿਹੜੀਆਂ ਪਾਵਰਸ ਰਨ ਕਰ ਰਹੀਆਂ ਨੇ ਇੰਡੀਆ ਨੂੰ, ਉਹਨੂੰ ਵੀ ਇਹ ਚੀਜ਼ ਦਰਸਾ ਰਹੀ ਹੈਗੀ ਆ। ਕਿਉਂਕਿ ਜਿਸ ਤਰ੍ਹਾਂ ਦਾ ਹੈਜ਼ ਸਟੈਪ ਚੱਕਿਆ ਗਿਆ ਤਾਂ ਫਿਰ ਰਾਈਟ ਵੇ ਕਮੇਟੀ ਬਣਾਈ ਗਈ ਆ। ਦੂਜੇ ਪਾਸੇ ਜਿਸ ਤਰ੍ਹਾਂ ਦਾ ਮੋਮੈਂਟਮ ਆਪੋਜੀਸ਼ਨ ਪਾਰਟੀ ਦੀ ਯੂਨਿਟੀ ਨੂੰ ਮਿਲ ਰਿਹਾ ਹੈਗਾ, ਉਹਨੂੰ ਵੀ ਕਿਸੇ ਤਰ੍ਹਾਂ ਇਹਨਾਂ ਨੇ ਓਵਰਸ਼ੈਡੋ ਕਰਨਾ ਚਾਹਿਆ, ਜਿਹੜਾ ਉਹਨਾਂ ਦਾ ਸੈਸ਼ਨ ਕੱਲ੍ਹ ਬੰਬੇ ਵਿੱਚ ਖਤਮ ਹੋਇਆ ਹੈਗਾ, ਤਾਂ ਕਿ ਉੱਥੋਂ ਇਹ ਹੈਡਲਾਈਨ ਗ੍ਰੈਬ ਕਰ ਸਕਣ। ਨਾਲ ਦੀ ਨਾਲ ਜਿਹੜੇ ਦੋ ਇਸ਼ੂ ਅਡਾਨੀ ਗਰੁੱਪ ਨਾਲ ਉੱਠੇ ਹੈਗੇ ਆ, ਇੱਕ ਗਾਰਡੀਅਨ ਨਿਊਜ਼ਪੇਪਰ 'ਚ ਉੱਠਿਆ, ਇੱਕ ਫਾਈਨੈਂਸ਼ੀਅਲ ਐਕਸਪ੍ਰੈਸ 'ਚ ਉੱਠਿਆ ਹੈਗਾ। ਉਹਨਾਂ ਨੇ ਦੁਬਾਰਾ ਜਿਹੜੀ ਹਿਡਨਬਰਗ ਦੀ ਜਿਹੜੀ ਰਿਪੋਰਟ ਆਈ ਸੀ, ਜਿਹਦੇ ਕਰਕੇ ਇਮੀਡੀਏਟਲੀ ਕਲੈਪਸ ਕਰ ਗਿਆ ਸੀ ਅਡਾਨੀ ਦਾ ਅੰਪਾਇਰ, ਉਸ ਤਰ੍ਹਾਂ ਦੀ ਹੀ ਦੁਬਾਰਾ ਇੱਕ ਰਿਪੋਰਟਿੰਗ ਆਈ ਹੈ ਜਿਹਨੇ ਸ਼ੋਅ ਕੀਤਾ ਹੈਗਾ ਕਿਸ ਤਰ੍ਹਾਂ ਸ਼ੈਲ ਕੰਪਨੀਸ ਹੈਗੀਆਂ ਜਿਹੜੀਆਂ ਕਿ ਬੇਨਾਮੀ ਆਫਸ਼ੋਰ ਕੰਪਨੀਸ ਨੇ ਇੰਡੀਆ ਤੋਂ ਬਾਹਰੋਂ, ਕਿ ਉਹਨਾਂ ਦੇ ਰਾਹੀਂ ਅਡਾਨੀ ਨੇ ਆਪਣੇ ਹੀ ਪੈਸੇ ਦੇ ਨਾਲ ਆਪਣੀ ਸਟਾਕਸ ਦੀ ਜਿਹੜੀ ਆ ਵੈਲਿਊਏਸ਼ਨ ਨੂੰ ਵਧਾਉਣਾ ਚਾਹਿਆ ਕਿ ਉਹਨਾਂ ਦੀ ਖਰੀਦ ਕਰਕੇ। ਉਹ ਵੀ ਇੱਕ ਬੜਾ ਐਮਬੈਰਸਮੈਂਟ ਹੈਗਾ ਇੰਡੀਅਨ ਗੌਰਮੈਂਟ ਦੇ ਲਈ ਜਿਹੜਾ ਉਹ ਇਸ਼ੂ ਹੈ, ਕਿਉਂਕਿ ਇਹ ਇਸ ਇਸ਼ੂ ਨੂੰ ਐਡਰੈਸ ਹੀ ਨਹੀਂ ਕਰ ਰਹੇ। ਉਹਦੇ ਵਿੱਚ ਜਿਹੜੀ ਇਹਨਾਂ ਦੀ ਸੰਸਥਾ ਹੈਗੀ ਸੈਬੀ, ਉਹਦੇ 'ਤੇ ਵੀ ਕੁਐਸਚਨ ਮਾਰਕ ਖੜੇ ਹੁੰਦੇ ਨੇ। ਅਤੇ ਕੱਲ੍ਹ ਵੀ ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਬੰਬੇ ਤੋਂ ਇਹ ਗੱਲ ਉਠਾਈ ਹੈਗੀ ਆ, ਪਰ ਉਸਨੂੰ ਕਿਸੇ ਵੀ ਇਸ ਟਾਈਮ 'ਤੇ ਜਿਹੜੇ ਕੈਬਨਿਟ ਮਿਨਿਸਟਰ ਨੇ ਜਾਂ ਮੋਦੀ ਗੌਰਮੈਂਟ ਦੇ ਕਿਸੇ ਵੀ ਸਪੋਕਸ ਪਰਸਨ ਨੇ ਉਸ 'ਤੇ ਕੋਈ ਰਿਐਕਟ ਨਹੀਂ ਕੀਤਾ, ਕਾਊਂਟਰ ਰਿਐਕਟ ਨਹੀਂ ਕੀਤਾ। ਜੋ ਵੀ ਗੱਲਾਂ ਉੱਥੇ ਰਾਹੁਲ ਗਾਂਧੀ ਨੇ ਉਠਾਈਆਂ ਨੇ ਸਪੈਸੀਫਿਕਲੀ ਅਬਾਊਟ ਅਡਾਨੀ ਅਫੇਅਰਸ,
कि किस तरह बिलियन डॉलर्स ਜਿਹੜੇ ਹੋਏ ਨੇ ਉਹਨਾਂ ਦੀ ਟ੍ਰਾਂਜੈਕਸ਼ਨ ਹੋਈ ਹੈ, ਉਹ ਮਨੀ ਕਿੱਥੋਂ ਆਇਆ, ਕਿਹਦਾ ਸੀ ਤੇ ਕਿੱਥੇ ਗਿਆ। ਉਸ ਚੀਜ਼ ਇੱਕ ਸ਼ੋਅ ਕਰਦੀ ਹੈ ਕਿ ਕਿੰਨੀ ਅਟਰ ਕਨਫਿਊਜ਼ਨ ਦੇ ਵਿੱਚ ਹੈਗੀ ਇਸ ਟਾਈਮ ਤੇ ਜਿਹੜੀ ਸੈਂਟਰਲ ਲੀਡਰਸ਼ਿਪ ਆ, ਖਾਸ ਕਰਕੇ ਟੌਪ ਲੀਡਰਸ਼ਿਪ ਆ ਜਿਹੜੀ ਇਸ ਟਾਈਮ ਤੇ ਇੰਡੀਆ ਨੂੰ ਚਲਾ ਰਹੀ ਹੈ। ਉਹਨਾਂ ਨੇ ਪਹਿਲੇ ਥੋੜਾ ਚਿਰ ਪਹਿਲੇ ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਉਠਾਇਆ ਸੀਗਾ, ਹੁਣ ਉਹ ਮੁੱਦਾ ਬੈਕ ਬਰਨਰ ਤੇ ਚਲਾ ਗਿਆ ਹੈਗਾ। ਪਹਿਲੇ ਲਾਅ ਕਮਿਸ਼ਨ ਨੂੰ ਦਿੱਤਾ ਸੀ, ਹੁਣ ਲਾਅ ਕਮਿਸ਼ਨ ਕੋਲੇ ਲੱਖਾਂ, ਮੈਂ ਕਿਹਾ 60 ਲੱਖ ਐਪਲੀਕੇਸ਼ਨਸ ਆਈਆਂ ਨੇ ਉਸ ਦੇ ਮੁਤਲਕ, ਜਿਹੜੀਆਂ ਸਜੈਸ਼ਨਸ ਨੇ ਜਾਂ ਜਿਸ ਤਰ੍ਹਾਂ ਦੇ ਲੋਕਾਂ ਦੇ ਰਿਐਕਸ਼ਨਸ ਨੇ ਵਿਦਨ ਇੰਡੀਆ। ਹੁਣ ਇਹਨਾਂ ਨੇ ਨਵਾਂ ਉਠਾਇਆ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ। ਇਹ ਜ਼ਰੂਰ ਹੈਗਾ ਕਿ 1967 ਤੱਕ ਜਦੋਂ ਇਨੀਸ਼ੀਅਲ ਈਅਰ ਸੀਗੇ ਇੰਡੀਆ ਦੇ ਆਫਟਰ ਇੰਡੀਪੈਂਡੈਂਸ, ਉਦੋਂ ਤੱਕ ਵਨ ਨੇਸ਼ਨ ਵਨ ਇਲੈਕਸ਼ਨਸ ਚੱਲਦੀਆਂ ਰਹੀਆਂ ਨੇ, ਪਰ ਉਸ ਤੋਂ ਬਾਅਦ ਇਹ ਪ੍ਰਕਿਰਿਆ ਡਿਸਕੰਟੀਨਿਊ ਕਰਤੀ ਸੀ ਕਿਉਂਕਿ ਇੰਡੀਆ ਇੱਕ ਬੜਾ ਡਾਈਵਰਸ ਕੰਟਰੀ ਹੈਗਾ, ਇਹਦੀਆਂ ਬੜੀਆਂ ਡਾਈਵਰਸ ਡਾਇਮੈਂਸ਼ਨਸ ਨੇ ਕਿਉਂਕਿ ਇਹ ਇੱਕ ਯੂਨੀਅਨ ਆਫ ਸਟੇਟਸ ਹੈਗਾ। ਇਹ ਇੱਕ ਯੂਨਿਟਰੀ ਜਿਹੜੀ ਬਣੀ ਹੋਈ ਆ, ਅੱਡ ਅੱਡ ਸੂਬਿਆਂ ਦੇ ਸਮੇਲ ਨਾਲ ਬਣੀ ਹੋਈ ਆ, ਨਾ ਕਿ ਇੱਕ ਨੇਸ਼ਨ ਜਿਹੜੀ ਹੈਗੀ ਹੈ ਵਨ ਨੇਸ਼ਨ ਤੇ ਵਨ ਇਲੈਕਸ਼ਨ ਵਾਲੀ ਨੇਸ਼ਨ ਹੈਗੀ ਆ। ਇਹ ਅੱਡ ਅੱਡ ਸੂਬਿਆਂ ਦਾ ਅੱਡ ਅੱਡ ਟਾਈਮ ਤੇ ਜਿਵੇਂ ਨਾਗਾਲੈਂਡ ਹੈਗਾ ਉਹ 1962 ਵਿੱਚ ਇਨਕਾਰਪੋਰੇਟ ਹੋਇਆ ਇੰਡੀਆ ਦੇ ਨਾਲ। ਇਸੇ ਤਰ੍ਹਾਂ ਗੋਆ ਵੀ ਬਾਅਦ 'ਚ ਇਨਕਾਰਪੋਰੇਟ ਹੋਇਆ ਹੈਗਾ ਜਦੋਂ ਪੁਰਤਗੀਜ਼ ਉੱਥੋਂ ਗਏ ਨੇ। ਇਸੇ ਤਰ੍ਹਾਂ ਪੌਂਡੀਚੇਰੀ ਹੈਗਾ, ਮਤਲਬ ਕਿ ਇਹ ਬੜਾ ਡਾਈਵਰਸ ਨੇਸ਼ਨ ਹੈਗਾ। ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਯੂਨੀਟਰੀ ਕੋਈ ਵੀ ਸਿਸਟਮ ਜਿਹੜਾ ਹੈ ਉਹ ਲਾਗੂ ਨਹੀਂ ਕੀਤਾ ਜਾ ਸਕਦਾ, ਚਾਹੇ ਯੂਨੀਫਾਰਮ ਸਿਵਲ ਕੋਡ ਹੋਵੇ ਤੇ ਚਾਹੇ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ। ਇਹ ਆਪਾਂ ਦੇਖ ਰਹੇ ਇੰਡੀਆ ਦਾ ਜਿਸ ਤਰ੍ਹਾਂ ਦਾ ਗ੍ਰਾਫ ਵਰਲਡ ਵਾਈਡ ਡਿੱਗ ਰਿਹਾ ਹੈਗਾ। ਇੱਕ ਪਾਸੇ ਇਹਨਾਂ ਨੂੰ G20 ਦੀ ਪ੍ਰੈਜ਼ੀਡੈਂਸੀ ਹੈਗੀ ਆ ਜਿਹੜੀ, ਉਹਦਾ ਇਹ ਪੂਰਾ ਮਤਲਬ ਬਹੁਤ ਵੱਡੇ ਲੈਵਲ ਤੇ ਐਡਵਰਟਾਈਜ਼ਮੈਂਟਸ ਕਰ ਰਹੇ ਨੇ ਵਿਦਨ ਇੰਡੀਆ ਕਿ ਇਹਦੇ ਨਾਲ ਇੰਡੀਆ ਦਾ ਜਿਹੜਾ ਗ੍ਰਾਫ ਹੈਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜਿਹੜਾ ਸਟੈਚਰ ਆ ਉਹ ਵਰਲਡ ਲੈਵਲ ਤੇ ਬਹੁਤ ਉੱਚਾ ਚੱਕਿਆ ਗਿਆ। ਦੂਜੇ ਪਾਸੇ ਨਾਲ ਦੀ ਨਾਲ ਜਿਹੜੀ ਹੈਗੀ ਆ ਯੂਨੀਸੈਫ, ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੀ ਟੌਪ ਦੀ ਆਰਗੇਨਾਈਜੇਸ਼ਨ ਹੈਗੀ ਆ, ਤੇ ਹੋਰ ਇਸ ਤਰ੍ਹਾਂ ਦੀਆਂ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਹੋਰ ਜਿਹੜੀਆਂ ਵਰਲਡ ਫੂਡ ਆਰਗੇਨਾਈਜੇਸ਼ਨਸ ਨੇ, ਇਹਨਾਂ ਵੱਲੋਂ ਇੱਕ ਰਿਪੋਰਟ ਆਈ ਹੈਗੀ ਬਾਹਰ ਜਿਹੜੀ ਕਿ ਸਰਵੇ ਕੀਤਾ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਵੀ ਕੀ ਜਿਹੜਾ ਸਟੈਂਡਰਡ ਹੈਗਾ ਦੁਨੀਆ ਦਾ ਫੂਡ ਦਾ, ਹੈਲਦੀ ਡਾਈਟ ਦਾ, ਉਹ ਕਿੱਥੇ ਸਟੈਂਡ ਕਰਦੀ ਹੈਗੀ ਦੁਨੀਆ ਅੱਜ। ਉਹਨਾਂ ਦੇ ਜਿਹੜੀ ਕਨਕਲੂਜਨ ਨਿਕਲੀ ਆ ਕਿ ਅੱਜ ਵੀ ਇੰਡੀਆ ਭਾਵ ਨਹੀਂ ਦੁਨੀਆ ਅੰਦਰ 3.1 ਬਿਲੀਅਨ ਜਿਹੜੇ ਲੋਕੀ ਨੇ ਉਹ 2 ਟਾਈਮ ਦੀ ਹੈਲਦੀ ਡਾਈਟ ਵੀ ਨਹੀਂ ਖਾਣਾ ਨਸੀਬ ਆ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀਆਂ ਪੇਮੈਂਟਸ ਨੇ ਜਾਂ ਉਹਨਾਂ ਕੋਲ ਇੰਨਾ ਇਨਕਮ ਹੀ ਹੈ ਨਹੀਂ ਗੀ ਕਿ ਉਹ ਇੱਕ ਟਾਈਮ ਦੀ ਵੀ ਕੋਈ ਹੈਲਦੀ ਡਾਇਟ ਖਾ ਸਕਣ। ਇਹਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਆਇਆ ਉਹ ਸਾਰਿਆਂ ਨਾਲੋਂ ਲੋਐਸਟ ਐਬ 'ਤੇ ਆਇਆ ਕਿਉਂਕਿ ਇੱਥੇ ਜਿਹੜੀ ਪਰਚੇਸਿੰਗ ਪਾਵਰ ਹੈਗੀ ਆ ਇੱਕ ਇੰਡੀਵਿਜੂਅਲ ਦੀ ਉਹ ਲੈਸ ਦੈਨ $3 ਹੈਗੀ ਆ ਜੇ ਉਹਨੂੰ ਵਰਲਡ ਵਾਈਡ ਸਟੈਂਡਰਡਸ ਦੇ ਨਾਲ ਦੇਖਿਆ ਜਾਵੇ। ਅਤੇ ਉਸ ਪੈਸੇ ਦੇ ਨਾਲ ਇੱਕ ਟਾਈਮ ਦੀ ਵੀ ਆਪਣਾ ਹੈਲਦੀ ਡਾਇਟ ਨਹੀਂ ਖਾ ਸਕਦਾ। ਉਸ ਦੇ ਜਿਹੜੇ ਇਸ ਤਰ੍ਹਾਂ ਦੇ ਗ੍ਰਾਫ ਵਰਲਡ ਵਾਈਡ ਇੰਡੀਆ ਦੇ ਡਿਫਰੈਂਟ ਮਈਅਰਸ ਆ ਰਹੇ ਨੇ, ਜਿਸ ਤਰ੍ਹਾਂ ਇਹਨਾਂ ਦਾ ਲੈਵਲ ਆਫ ਗਵਰਨੈਂਸ ਹੈਗਾ, ਲੈਵਲ ਆਫ ਡੈਮੋਕ੍ਰੇਸੀ ਹੈਗਾ, ਪ੍ਰੈਸ ਫਰੀਡਮ ਹੈਗੀ ਆ, ਫਰੀਡਮ ਆਫ ਐਕਸਪ੍ਰੈਸ਼ਨ ਹੈਗਾ, ਲੈਵਲ ਆਫ ਹੈਪੀਨੈਸ ਹੈਗਾ, ਲੈਵਲ ਆਫ ਕੀ ਹੈਗਾ ਜਿਹੜਾ ਵੂਮਨ ਸਿਕਿਉਰਿਟੀ ਦਾ ਕੀ ਲੈਵਲ ਹੈਗਾ। ਇਹ ਸਾਰੇ ਜਿੰਨੇ ਗ੍ਰਾਫਸ ਆ ਰਹੇ ਨੇ ਫਰੋਮ ਟਾਈਮ ਟੂ ਟਾਈਮ ਸਿੰਸ 2014 ਉਹਦੇ 'ਚ ਇੰਡੀਆ ਜਿਹੜਾ ਹੈਗਾ ਬਹੁਤ ਪੂਅਰ ਲਾਈਟ ਦੇ ਵਿੱਚ ਸ਼ੋਅ ਕੀਤਾ ਜਾ ਰਿਹਾ। ਉਹ ਜਿਹੜੇ ਗ੍ਰਾਫਸ ਆ ਰਹੇ ਨੇ ਵਰਲਡ ਵਾਈਡ ਰਿਨਾਊਂਡ ਆਰਗੇਨਾਈਜੇਸ਼ਨਸ ਵੱਲੋਂ ਆ ਰਹੇ ਨੇ ਅਤੇ ਉਹਦੇ ਕਰਕੇ ਇਹਨਾਂ ਨੇ ਛਵੀ ਨੂੰ ਉਸ ਨੂੰ ਡਿਫਲੈਕਟ ਕਰਨ ਲਈ ਅਟੈਂਸ਼ਨ। ਸੌਰੀ ਮੈਂ ਤੁਹਾਨੂੰ ਵਿੱਚ ਰੋਕਿਆ, ਪਰ ਨਾਲ ਹੀ ਸਰ ਇੰਡੀਆ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ G20 ਦਾ ਇੱਕ ਬੜਾ ਵੱਡਾ ਹਊਆ ਹੈ ਔਰ ਉਹ ਵੀ ਮੋਦੀ ਸਰਕਾਰ ਨੂੰ ਇੱਕ ਬੈਨੀਫਿਟ ਦੇ ਰਿਹਾ ਹੈ। ਚੰਦਰਯਾਨ ਪਿੱਛੇ ਲਿਟਰਲੀ ਇੰਡੀਆ ਯੂਫੋਰਿਕ ਸਟੇਟ ਦੇ ਵਿੱਚ ਹੈਗਾ। ਪੀਪਲ ਲਵਡ ਕਿ ਚੰਦਰਯਾਨ ਗਿਆ ਐਂਡ ਆਲ ਦੋਸ ਤਸਵੀਰਾਂ ਜਿਹੜੀਆਂ ਆ ਰਹੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਇੰਡੀਕੇਟਰ ਇਹਨਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ। ਸੋ ਇਨਸਿਕਿਉਰਿਟੀ ਦੀ ਭਾਵਨਾ ਕਿੱਥੋਂ? ਔਰ ਮੈਂ ਇਹ ਤੁਹਾਨੂੰ ਇਸ ਕਰਕੇ ਵਿੱਚ ਰੋਕਿਆ ਕਿਉਂਕਿ ਮੈਂ ਇਸ ਗੱਲ ਨੂੰ ਪੰਜਾਬ ਵੱਲ ਨੂੰ ਲੈ ਕੇ ਆਉਣਾ ਚਾਹੁੰਦੀ ਹਾਂ। ਪੰਜਾਬ ਵੱਲ ਨੂੰ ਇਸ ਤਰ੍ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਇਸ ਤਜਵੀਜ਼ ਦੀ ਸਮਰਥਨ ਕਰ ਰਹੇ ਨੇ। ਉਹ ਕਹਿੰਦੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਹੋਣੀਆਂ ਚਾਹੀਦੀਆਂ ਨੇ ਔਰ ਇਹਦੇ ਨਾਲ ਫਜ਼ੂਲ ਖਰਚੀ ਜਿਹੜੀ ਹੈ ਐਂਡ ਹੋਰ ਜਿਹੜੇ ਬੈਨੀਫਿਟ ਆ ਉਹ ਘਟਣਗੇ ਤੇ ਬੈਨੀਫਿਟ ਮਿਲਣਗੇ। ਲੇਕਿਨ ਇੱਕ ਪੱਖ ਜਿਹੜਾ
ਪਹਿਲੀ ਗੱਲ ਤਾਂ ਤੁਹਾਡਾ ਓਪੀਨੀਅਨ ਜਾਨਣਾ ਜ਼ਰੂਰੀ ਹੈ ਕਿ ਤੁਸੀਂ ਕਿਵੇਂ ਸੋਚਦੇ ਆ। ਮੈਂ ਇੱਕ ਨਾਲ ਪੁਆਇੰਟਰ ਤੁਹਾਨੂੰ ਦੇਣਾ ਚਾਹੁੰਦੀ ਹਾਂ ਕਿ ਐਵੇਂ ਲੱਗਦਾ ਹੈ ਬੜੀ ਉੱਪਰਲੀ ਨਿਗਾਹ ਦੇ ਨਾਲ ਕਿ ਅਗਰ ਵਨ ਨੇਸ਼ਨ ਵਨ ਇਲੈਕਸ਼ਨ ਹੁੰਦਾ ਹੈ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਰੁਲ ਜਾਣਗੀਆਂ, ਉਹ ਖਤਮ ਹੋ ਜਾਣਗੀਆਂ, ਉਹਨਾਂ ਦੇ ਕੋਲ ਕੁਝ ਨਹੀਂ ਰਹੇਗਾ। ਔਰ ਜਿਹੜਾ ਫੈਡਰਲਿਜ਼ਮ ਦੀ ਲੜਾਈ ਲੜਦਾ ਹੈ ਉਹਦੇ ਵੱਲੋਂ ਸਮਰਥਨ ਕਰਨਾ ਇਸ ਪਾਲਿਸੀ ਦਾ ਕਿੰਨਾ ਕੁ ਜਾਇਜ਼ ਹੈ? ਇਹ ਜਿਹੜੀਆਂ ਨਾ ਸਮੇਂ ਸਿਰ ਇਲੈਕਸ਼ਨਸ ਹੁੰਦੀਆਂ ਨੇ ਅੱਡ ਸਮੇਂ ਤੇ ਉਹ ਇੱਕ ਕਾਊਂਟਰ ਚੈਕਸ ਨੇ ਕਿ ਜਿਹੜੀਆਂ ਗਵਰਨਮੈਂਟਸ ਇਨ ਪਾਵਰ ਨੇ ਸੂਬਿਆਂ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਨੇ ਵੀ ਉਹਨਾਂ ਦਾ ਜਿਹੜਾ ਲੈਵਲ ਆਫ ਗਵਰਨੈਂਸ ਹੈ ਕੀ ਲੋਕੀ ਉਹਨੂੰ ਪਸੰਦ ਕਰਦੇ ਵੀ ਹੈ ਕਿ ਨਹੀਂ। ਹੁਣ ਜਿਵੇਂ ਇੱਥੇ ਅਗਲੇ ਸਾਲ ਵੈਸੇ ਜਿਹੜੀਆਂ ਨਿਰਧਾਰਤ ਸੀਗੀਆਂ ਕਿ 2024 ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨਸ ਹੋਣਗੀਆਂ ਇੰਡੀਆ 'ਚ, ਜਿਹੜੀਆਂ ਕਿ ਹੁਣ ਲੱਗ ਰਿਹਾ ਹੈਗਾ ਕਿ ਸ਼ਾਇਦ ਉਹਨਾਂ ਨੂੰ ਇਹ ਪ੍ਰੀਪੋਨ ਕਰ ਦੇਣ, ਉਹਨਾਂ ਨੂੰ ਅੱਗੇ ਲਿਆਤਾ ਜਾਵੇ ਤਾਂ ਕਿ ਇਹ ਹੋਰ ਗਰਾਊਂਡ ਲੂਜ਼ ਨਹੀਂ ਕਰਨਾ ਚਾਹੁੰਦੇ। ਕਿਉਂਕਿ ਜਿਹੜੀਆਂ 5 ਹੋਰ ਸੂਬਿਆਂ ਦੇ ਵਿੱਚ ਹੁਣ ਇਲੈਕਸ਼ਨਸ ਜਿਹੜੀਆਂ ਡਿਊ ਨੇ, ਜੇ ਉਹਦੇ ਵਿੱਚ ਵੀ ਜੇ ਭਾਰਤੀ ਜਨਤਾ ਪਾਰਟੀ ਦਾ ਹਾਲ ਕਰਨਾਟਕਾ ਅਤੇ ਹਿਮਾਚਲ ਪ੍ਰਦੇਸ਼ ਵਾਲਾ ਹੁੰਦਾ ਤਾਂ ਉਹਦੇ ਨਾਲ ਇਹਨਾਂ ਦਾ ਜਿਹੜਾ ਪੋਲੀਟੀਕਲ ਗ੍ਰਾਫ ਆ ਉਹ ਬੜਾ ਅਨਸਰਟਨਟੀ ਦੇ ਵਿੱਚ ਚਲਿਆ ਜਾਊਗਾ। ਇਹਨਾਂ ਨੇ ਇਹ ਸਾਰੇ ਕ੍ਰਾਈਟੀਰੀਆ ਨੂੰ ਰੱਖ ਕੇ ਫਿਰ ਇਹ ਜਿਹੜਾ ਨਵਾਂ ਇੱਕ ਇਹਨਾਂ ਨੇ ਮਤਲਬ ਕਿ ਕੰਸੇ ਤਜਵੀਜ਼ ਲਿਆਂਦੀ ਹੈਗੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ, ਉਹ ਸਿਰਫ ਤੇ ਸਿਰਫ ਉਹਨੂੰ ਡਿਫਲੈਕਟ ਕਰਨ ਲਈ ਹੈ, ਇਹ ਸ਼ੋਅ ਕਰਨ ਲਈ ਕਿ ਇਲੈਕਸ਼ਨਸ ਜਿਹੜੀਆਂ ਨੇ ਨਵੇਂ ਸਿਰੇ ਤੋਂ ਜਲਦੀ ਕਰਾ ਲਿੱਤੀਆਂ ਜਾਣ ਤਾਂ ਕਿ ਉਹਨਾਂ ਸੂਬਿਆਂ 'ਚੋਂ ਇਲੈਕਸ਼ਨਾਂ ਤੋਂ ਜਾਣ ਤੋਂ ਪਹਿਲਾਂ ਹੀ ਇਹ ਆਪਣੀ ਪਾਰਲੀਮੈਂਟ ਦੀ ਇਲੈਕਸ਼ਨ ਕਰਾਉਣਾ ਚਾਹੁੰਦੇ ਨੇ ਕਿ ਸ਼ਾਇਦ ਹੁਣ ਜਿਹੜਾ ਮੇਰਾ G20 ਕਰਕੇ ਗ੍ਰਾਫ ਵਧਿਆ ਹੈਗਾ ਚੰਦਰਯਾਨ ਕਰਕੇ ਉਹਨੂੰ ਕੈਪੀਟਲਾਈਜ਼ ਕੀਤਾ ਜਾਵੇ। ਜਦ ਕਿ ਜੇ ਮੂਨ 'ਤੇ ਜਾਣਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਬਹੁਤੀ ਵੱਡੀ ਮਹੱਤਤਾ ਨਹੀਂ ਰੱਖਦਾ। ਹੁਣ ਤਾਂ ਲੋਕੀ ਆਪਣੇ ਪ੍ਰਾਈਵੇਟ ਵੀ ਉਹਨਾਂ ਦੀਆਂ ਸਪੇਸ ਐਕਸ ਚੱਲਦੀਆਂ ਨੇ ਕਿ ਲੋਕਾਂ ਨੂੰ ਸਪੇਸ ਵਿੱਚ ਪ੍ਰਾਈਵੇਟ ਸਿਟੀਜ਼ਨਸ ਵੀ ਜਾ ਸਕਦੇ ਨੇ। ਹੁਣ ਇੰਨੀ ਤਰੱਕੀ ਹੋ ਚੁੱਕੀ ਹੋਈ ਹੈ ਕਿਉਂਕਿ ਐਲਨ ਮਸਕ ਵਰਗਿਆਂ ਦੇ ਆਪਣੇ ਸਪੇਸ ਕਰਾਫਟ ਨੇ ਤੇ ਉਹ ਲੈ ਕੇ ਵੀ ਜਾਂਦੇ ਆ। ਜਿਹੜੇ ਇੰਡੀਵਿਜੂਅਲ ਸਿਟੀਜ਼ਨਸ ਨੇ ਉਹਨਾਂ ਕੋਲ ਪੈਸੇ ਵਾਲੇ ਲੋਕ ਇੱਥੇ ਜਾਂਦੇ ਨੇ ਐਜ਼ ਏ ਟੂਰਿਸਟ। ਹੁਣ ਜਿਹੜੀ ਅੱਗੇ ਹੁੰਦਾ ਸੀ ਜਦੋਂ ਨੀਲ ਆਰਮਸਟਰੌਂਗ ਹੁਣੀ 1971 ਦੇ ਵਿੱਚ ਮੂਨ 'ਤੇ ਉਤਰੇ ਸੀਗੇ ਜਾਂ ਪਹਿਲੀ ਵਾਰੀ ਅਪੋਲੋ ਰੌਕਟ ਗਿਆ ਸੀਗਾ ਅਮਰੀਕਾ ਦਾ ਸਪੇਸ ਕਰਾਫਟ। ਹੁਣ ਤਾਂ ਉਹਨਾਂ ਕੋਲ ਏਡੇ ਵੱਡੇ ਸਪੇਸ ਕਰਾਫਟ ਨੇ ਕਿ ਜਿਹੜੇ ਜਾ ਕੇ ਲੈਂਡਿੰਗ ਕਰਕੇ ਵਾਪਸ ਆ ਕੇ ਸਪੇਸ ਤੋਂ ਉਹ ਇੱਥੇ ਆ ਕੇ ਦੁਬਾਰਾ ਸੇਫ ਲੈਂਡਿੰਗਸ ਵੀ ਕਰ ਲੈਂਦੇ ਨੇ। ਏਡੇ ਵੱਡੇ ਸਪੇਸ ਕਰਾਫਟ ਬਣ ਚੁੱਕੇ ਨੇ। ਇਹਨਾਂ ਦਾ ਆਪ ਦਾ ਸਾਇੰਟੀਫਿਕ ਸਟੇਸ਼ਨ ਹੈਗਾ ਜਿਹੜਾ ਆਲਵੇਜ਼ ਫਲੋਟ ਕਰ ਰਿਹਾ ਹੈਗਾ ਸਪੇਸ ਦੇ ਵਿੱਚ, ਜਿੱਥੋਂ ਸਾਰੇ ਐਕਸਪੈਰੀਮੈਂਟਸ ਜਿਹੜੇ ਆ ਵਰਲਡ ਦੇ ਨਾਲ ਸ਼ੇਅਰ ਕਰਦੇ ਨੇ, ਨਵੀਂ ਰਿਸਰਚ ਵਗੈਰਾ ਹੈਗੀ। ਜਿੱਥੋਂ ਤੱਕ ਸੁਖਬੀਰ ਬਾਦਲ ਦਾ ਸਵਾਲ ਆ, ਮੇਰਾ ਖਿਆਲ ਹੈ ਅਟਰਲੀ ਉਹਨਾਂ ਨੇ ਇੱਕ ਨੌਨ ਸੈਂਸਿਕਲ ਬਿਆਨ ਦਿੱਤਾ ਹੈਗਾ। ਉਹ ਇੱਕ ਆਪਣੀ ਜਗ੍ਹਾ ਤਲਾਸ਼ ਰਹੇ ਨੇ ਕਿਉਂਕਿ ਨੈਸ਼ਨਲ ਸੀਨ ਤੋਂ ਵੀ ਉਹ ਟੋਟਲੀ ਸ਼ਟ ਆਊਟ ਹੋ ਚੁੱਕਿਆ ਹੈਗਾ ਅਕਾਲੀ ਦਲ। ਇਸੇ ਤਰ੍ਹਾਂ ਸਟੇਟ ਦੀਆਂ ਜਿਹੜੀਆਂ ਪੋਲੀਟਿਕਸ ਆ ਉਹਦੇ 'ਚ ਵੀ ਉਹ ਨਿਰਧਾਰਤ ਹੋ ਚੁੱਕੇ ਨੇ, ਬਿਲਕੁਲ ਮਿਸਿੰਗ ਆ ਫਰੋਮ ਦਾ ਗਰਾਊਂਡ ਰਿਐਲਿਟੀਜ਼। ਅਤੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੋਈ ਨਾ ਕੋਈ ਜਗ੍ਹਾ ਲੱਭ ਰਿਹਾ ਵੀ ਸ਼ਾਇਦ ਸਾਨੂੰ ਭਾਰਤੀ ਜਨਤਾ ਪਾਰਟੀ ਦੁਬਾਰਾ ਆਪਣੇ ਨਾਲ ਲਾ ਲੇ। ਜਦ ਕਿ ਭਾਰਤੀ ਜਨਤਾ ਪਾਰਟੀ ਹੁਣ ਆਪਣੀਆਂ ਕੰਡੀਸ਼ਨਸ ਉਹਨਾਂ ਨੇ ਬਦਲ ਲਈਆਂ ਨੇ ਅਤੇ ਉਹ ਕਿਸੇ ਤਰ੍ਹਾਂ ਵੀ ਜਿਹੜੀ ਪਰਿਵਾਰਵਾਦ ਦੀ ਸਿਆਸਤ ਆ ਜਿਹਨੂੰ ਕਿ ਲਗਾਤਾਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੰਡੈਮ ਕਰਦੇ ਆ ਰਹੇ ਨੇ ਆਪਣੀ ਹਰ ਇੱਕ ਸਪੀਚ ਦੇ ਵਿੱਚ, ਆਪਣੀ ਹਰ ਇੱਕ ਸਟੇਟਮੈਂਟ ਦੇ ਵਿੱਚ। ਅਤੇ ਦੂਜੇ ਪਾਸੇ ਜਿਹੜਾ ਅਕਾਲੀ ਦਲ ਆ ਇਹ ਇੱਕ ਪਰਿਵਾਰਵਾਦ ਦੀ ਪਾਰਟੀ ਬਣ ਚੁੱਕਿਆ ਹੈਗਾ। ਅਤੇ ਇਹ ਜਿੰਨੇ ਵੀ ਬਿਆਨ ਦੇ ਰਹੇ ਨੇ ਮੇਰਾ ਖਿਆਲ ਇਹਨਾਂ ਨੇ ਬਗੈਰ ਪੜ੍ਹੇ ਤੋਂ ਅਤੇ ਬਗੈਰ ਸੋਚਣ ਤੋਂ ਇਹਨਾਂ ਨੇ ਇਹ ਬਿਆਨ ਦਿੱਤਾ ਹੈਗਾ ਕਿਉਂਕਿ ਇਹ ਜਿਹੜਾ ਰੀਜਨਲ ਪਾਰਟੀ ਦੀ ਹੋਂਦ 'ਤੇ ਖਤਰਾ ਹੈਗਾ। ਇਸ ਤਰ੍ਹਾਂ ਦੀ ਜੇ ਪ੍ਰਕਿਰਿਆ ਕਦੀ ਭਾਰਤ ਵਿੱਚ ਲਾਗੂ ਹੁੰਦੀ ਆ ਅਤੇ ਇਸੇ ਤਰ੍ਹਾਂ ਜਿਹੜਾ ਫੈਡਰਲਿਜ਼ਮ ਦਾ ਇਸ਼ੂ ਜਿਹੜਾ ਕਿ ਕੋਰ ਇਸ਼ੂ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ, ਇਹ ਉਹਨੂੰ ਵੀ ਬੜੀ ਵੱਡੀ ਸੱਟ ਮਾਰ ਰਿਹਾ ਹੈਗਾ। ਅਤੇ ਜਿਹੜੇ ਕਾਊਂਟਰ ਚੈਕਸ ਰਹਿੰਦੇ ਸੀਗੇ ਗਵਰਨਮੈਂਟਸ ਅੱਗੇ, ਹੁਣ ਆਪਾਂ ਜੇ 2024 'ਚ ਇਲੈਕਸ਼ਨਸ ਹੁੰਦੀਆਂ ਤਾਂ ਜਿਹੜੀ ਸਟੇਟ ਆਫ ਅਫੇਅਰ ਸੀਗੀ ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਦੀ, ਉਹਦੇ ਤੋਂ ਉਹਨੂੰ ਪਤਾ ਲੱਗ ਸਕਦਾ ਸੀ ਵੀ ਕਿੰਨੀਆਂ ਪਾਰਲੀਮੈਂਟਰੀ ਇਲੈਕਸ਼ਨਸ ਜਿੱਤਦੇ ਆ ਕਿ ਹਾਰਦੇ ਆ। ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੀ ਲੋਕ ਆਪਣੀ ਸਰਕਾਰਾਂ ਨਾਲ ਖੁਸ਼ ਹੈਗੇ ਆ ਜਾਂ ਨਹੀਂ ਖੁਸ਼ ਹੈਗੇ। ਸੋ ਇਹਦੇ ਕਿੰਨੇ ਹੀ ਪੈਰਾਮੀਟਰਸ ਆ ਕਿਉਂਕਿ ਇੰਡੀਆ ਜਿਹੜੀ ਹੈਗੀ ਆ ਐਜ਼ ਏ ਨੇਸ਼ਨ ਬੜੀ ਡਾਈਵਰਸ ਹੈਗੀ ਆ, ਯੂਨੀਅਨ ਆਫ ਸਟੇਟਸ ਹੈਗੀ ਆ। ਹਰ ਇੱਕ ਸਟੇਟ ਦੀਆਂ ਆਪਣੀਆਂ ਲੋੜਾਂ ਨੇ ਅਤੇ ਬਹੁਤ ਸਟੇਟਾਂ 'ਚ ਹੁੰਦਾ
ਕਿ ਜਿਹੜੇ ਰੀਜਨਲ ਪੈਚਅਪ ਹੋਏ ਹੁੰਦੇ ਨੇ 5 ਸਾਲ ਤੋਂ ਪਹਿਲੇ ਬ੍ਰੇਕਅਪ ਕਰ ਜਾਂਦੇ ਨੇ। ਇਸੇ ਤਰ੍ਹਾਂ ਸੈਂਟਰਲ ਗਵਰਨਮੈਂਟਸ ਵੀ ਇਦਾਂ ਦੀਆਂ ਕਈ ਬਣੀਆਂ ਨੇ ਜਿਹੜੀਆਂ 13 ਦਿਨ ਲਈ ਵੀ ਗਵਰਨਮੈਂਟਸ ਬਣੀਆਂ ਨੇ। ਕੀ ਹੁਣ 13 ਦਿਨਾਂ ਬਾਅਦ ਦੁਬਾਰਾ ਨੈਸ਼ਨਲ ਇਲੈਕਸ਼ਨ ਹੋਊਗੀ ਸਾਰੀ ਸਟੇਟਸ ਦੇ ਵਿੱਚ? ਕੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਉਹ ਕਾਹਲੀ ਕਰ ਗਏ ਜਿਹੜੀ ਉਹ ਕਿਸਾਨ ਅੰਦੋਲਨ ਵੇਲੇ ਕਰ ਗਏ ਸੀਗੇ, ਕਿ ਕਿਸਾਨ ਬਿੱਲਾਂ ਨੂੰ ਉਹਨਾਂ ਨੇ ਸਮਰਥਨ ਕਰਤਾ ਸੀਗਾ? ਕੀ ਇਹ ਬਹੁਤ ਛੇਤੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਬਿਆਨ ਪਿਛਾਂਹ ਨੂੰ ਖਿੱਚਣਾ ਪਵੇ? ਕੀ ਲੱਗਦਾ ਤੁਹਾਨੂੰ? ਮੇਰਾ ਖਿਆਲ ਉਹਨਾਂ ਦਾ ਯੂਨੀਲੈਟਰਲ ਬਿਆਨ ਹੈਗਾ। ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਨਹੀਂ ਹੋਈ, ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਨਹੀਂ ਹੋਈ। ਇਹਨਾਂ ਨੇ ਯੂਨੀਲੈਟਰਲੀ ਕਦੋਂ ਰੱਖੜ ਪੁੰਨਿਆਂ ਤੇ ਗਏ ਨੇ, ਉੱਥੋਂ ਇਹਨਾਂ ਨੇ ਇਹ ਬਿਆਨ ਦਿੱਤਾ ਹੈਗਾ। ਇਹ ਮੇਰਾ ਖਿਆਲ ਬੜਾ ਬਗੈਰ ਸੋਚੇ ਸਮਝਣ ਤੋਂ ਇਹ ਬਿਆਨ ਦਿੱਤਾ ਗਿਆ ਹੈਗਾ। ਇਹਦੀਆਂ ਰੈਮੀਫਿਕੇਸ਼ਨਸ ਬਾਰੇ ਇਹਨਾਂ ਨੇ ਸੋਚਿਆ ਨਹੀਂ। ਇਸ ਤਰ੍ਹਾਂ ਦੀ ਇਹ ਗੱਟ ਰਿਐਕਸ਼ਨਸ ਪਹਿਲਾਂ ਵੀ ਕਈ ਵਾਰ ਕਰ ਚੁੱਕੇ, ਜਿਵੇਂ ਕਿ ਇਸਤਰੀ ਅਕਾਲੀ ਦਲ ਦਾ ਰੌਲਾ ਹੈਗਾ, ਉਹ ਵੀ ਇਸੇ ਕਰਕੇ ਰੌਲਾ ਵਧਿਆ ਹੈਗਾ। ਇਸੇ ਤਰ੍ਹਾਂ ਕੁਝ ਚਿਰ ਪਹਿਲੇ ਆ ਕੇ ਇਹ ਲੁਧਿਆਣੇ 'ਚੋਂ ਕਿਸੇ MP ਦਾ ਨਾਮ ਵੀ ਅਨਾਊਂਸ ਕਰਕੇ ਚਲਾ ਗਏ ਸੀ, ਜਿਹਦੇ ਬਾਰੇ ਅਕਾਲੀ ਦਲ ਦੇ ਆਪ ਦੇ ਵਰਕਰਸ ਨੂੰ ਨਹੀਂ ਪਤਾ ਕਿ ਉਹ ਬੰਦਾ ਹੈ ਕੌਣ। ਮਤਲਬ ਇੱਦਾਂ ਦੇ ਇਹਨਾਂ ਦੇ ਹੈਜ਼ਰਡ ਜਿਹੜੇ ਰਿਐਕਸ਼ਨਸ ਨੇ ਫਾਰਮਿੰਗ ਲਾਸ ਵੇਲੇ ਵੀ ਆਏ ਨੇ। ਜਦੋਂ ਐਗਰੀਕਲਚਰ ਮਿਨਿਸਟਰ ਦੀ ਇਹ ਚਿੱਠੀ ਵੀ ਚੱਕੀ ਫਿਰਦੇ ਸੀ, ਫਿਰ ਇਹਨਾਂ ਨੇ ਉਸ ਤੋਂ ਬਾਅਦ ਟਰੈਕਟਰ ਮਾਰਚ ਕੱਢੇ, ਕਿੰਨਾ ਵੱਡਾ ਹਾਈਪਰ ਬੋਲ ਕ੍ਰੀਏਟ ਕੀਤਾ। ਆਪ ਬੀਬੀ ਹਰਸਿਮਰਤ ਕੌਰ ਬਾਦਲ ਵੀ ਟਰੈਕਟਰ ਚਲਾ ਕੇ ਆ ਰਹੀ ਆ, ਇਹ ਆਪਣੇ ਲੈਵਲ ਤੇ ਟਰੈਕਟਰ ਚਲਾ ਕੇ ਆ ਰਹੇ ਆ। ਵਿਕਰਮ ਮਜੀਠੀਆ ਆਪਣੇ ਲੈਵਲ ਤੇ ਆ ਰਿਹਾ। ਪਰ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਪਰਿਵਾਰਵਾਦ ਦੀ ਪੋਲਿਟਿਕਸ ਆ, ਇਹਦੇ ਖਿਲਾਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲਗਾਤਾਰ ਆਵਾਜ਼ ਉਠਾ ਰਹੇ ਨੇ ਕਿ ਇਹ ਜਿਹੜੀ ਪਰਿਵਾਰਵਾਦ ਦੀ ਸਿਆਸਤ ਆ, ਮੈਂ ਇਹਨੂੰ ਭਾਰਤ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ। ਜੀ ਸਰ, ਇੱਥੇ ਫਰਕ ਬਹੁਤ ਆ ਜੀ ਕੇਂਦਰ ਦਾ। ਜਦੋਂ ਆਪਾਂ ਹੋਰ ਐਸੋਸੀਏਸ਼ਨਸ ਦੇਖਦੇ ਹੈਗੇ ਆ, ਜਿਵੇਂ ਕ੍ਰਿਕਟ ਦੀ ਐਸੋਸੀਏਸ਼ਨ ਸਾਰੀ ਦੀ ਸਾਰੀ ਅਮਿਤ ਸ਼ਾਹ ਜੀ ਹੁਣਾਂ ਦੇ ਪਰਿਵਾਰ ਦੇ ਕੋਲ ਹੀ ਫਰਦਰ ਆਪਾਂ ਕਹਿ ਸਕਦੇ ਹਾਂ ਬੀਜੇਪੀ ਦੇ ਹੱਥਾਂ 'ਚ ਹੀ ਹੈ, ਗੱਲਾਂ ਹੀ ਨੇ ਬੀਜੇਪੀ ਦੀਆਂ। ਪਰ ਸਰ ਮੈਂ ਇਹ ਇੱਕ ਚੀਜ਼ ਹੋਰ ਅਕਾਲੀ ਦਲ ਬਾਰੇ, ਕਿ ਕੀ ਅਕਾਲੀ ਦਲ ਕਿਉਂਕਿ ਇੰਡੀਆ ਅਲਾਈਅੰਸ ਦਾ ਹਿੱਸਾ ਨਹੀਂ ਬਣ ਪਾ ਰਿਹਾ ਹੈਗਾ, ਨਹੀਂ ਬਣਿਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਨਹੀਂ, ਸਾਨੂੰ ਇਨਵੀਟੇਸ਼ਨ ਆਏ ਸੀ, ਅਸੀਂ ਨਹੀਂ ਗਏ, ਕੀ ਇਹ ਬੀਜੇਪੀ ਵੱਲ ਨੂੰ ਮੋੜਾ ਕੱਟ ਰਹੇ ਨੇ? ਇਸ ਕਰਕੇ ਬਿਆਨ ਆਇਆ ਕਿ ਇਹਦੀਆਂ ਫਰਦਰ ਅਕਾਲੀ ਦਲ ਦੇ ਵਿੱਚੋਂ, ਕਿਉਂਕਿ ਕਿਤੇ ਵੀ ਕੋਈ ਵਿਰੋਧ ਇਹਦਾ ਨਹੀਂ ਸਾਡੇ ਸਾਹਮਣੇ ਹਜੇ ਤੱਕ ਆਇਆ ਵੀ ਅਕਾਲੀ ਦਲ ਵਾਲੇ ਕਹਿਣ ਕਿ ਨਹੀਂ, ਅਸੀਂ ਵਨ ਇਲੈਕਸ਼ਨ ਵਨ ਇੰਡੀਆ ਨਹੀਂ ਚਾਹੁੰਦੇ। ਐਕਚੁਅਲੀ ਵਨ ਇਲੈਕਸ਼ਨ ਵਨ ਇੰਡੀਆ ਦਾ ਮਤਲਬ ਇਹ ਵੀ ਹੋ ਸਕਦਾ ਹੈ, ਸੌਰੀ, ਵਨ ਨੇਸ਼ਨ ਵਨ ਇਲੈਕਸ਼ਨ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਵਨ ਨੇਸ਼ਨ ਵਨ ਪਾਰਟੀ, ਏਦਾਂ ਦਾ ਸਿਸਟਮ ਆਪਾਂ ਬਹੁਤ ਥਾਵਾਂ ਦੇ ਉੱਤੇ ਆਲਰੇਡੀ ਹੀ ਦੇਖਿਆ ਹੈਗਾ। ਕੀ ਇਸ ਚੀਜ਼ ਨੂੰ ਅਕਾਲੀ ਦਲ 'ਚ ਸਮਝਣ ਵਾਲਾ ਕੋਈ ਵੀ ਲੀਡਰ ਨਹੀਂ ਹੈਗਾ ਇਸ ਸਮੇਂ? ਇਸ ਤਰ੍ਹਾਂ ਨਾ ਕਿ ਜਿਹੜਾ ਅਕਾਲੀ ਦਲ ਜਿਸ ਤਰ੍ਹਾਂ ਦਾ ਸਿਰਜਿਆ ਗਿਆ ਪਿਛਲੇ 25 ਸਾਲਾਂ ਤੋਂ, ਉਹਦਾ ਜਿਹੜਾ ਹੁਣ ਆਪਾਂ ਜੇ ਉਹਦਾ ਕਿਉਰ ਵੀ ਲੱਭੀਏ ਨਾ ਉਸ ਡਿਜ਼ੀਜ਼ ਦਾ, ਤਾਂ ਕਿਉਰ ਇਜ਼ ਈਵਨ ਵਰਸ ਦੈਨ ਦਾ ਡਿਜ਼ੀਜ਼। ਮਤਲਬ ਕਿ ਇਹਨਾਂ ਤੋਂ ਬਾਅਦ ਜਿਹੜੀ ਬਾਕੀ ਲੀਡਰਸ਼ਿਪ ਹੈਗੀ ਆ, ਉਹ ਵੀ ਉਸੇ ਮਿਕਦਾਰ ਦੀ ਹੀ ਲੀਡਰਸ਼ਿਪ ਆ ਜਿਹੜੀ ਕਿ ਆਪ ਪਰਿਵਾਰਵਾਦ ਨੂੰ ਬੜਾਵਾ ਦੇ ਰਹੀ ਹੈ। ਕਿਉਂਕਿ ਇਹਨਾਂ ਨੇ ਜਿੰਨੇ ਵੀ ਸਿਸਟਮ ਸੀਗੇ, ਇੰਸਟੀਟਿਊਸ਼ਨ ਸੀਗੇ ਸਿੱਖਸ ਦੇ, ਉਹ ਸਾਰੇ ਹੀ ਕਰਪਟ ਕਰਤੇ ਹੋਏ ਆ। ਕਰਪਟ ਨਾਟ ਇਨ ਅ ਸੈਂਸ ਕਿ ਜਿਵੇਂ ਕਰਪਸ਼ਨ ਆਪਾਂ ਕਹਿੰਦੇ, ਕਰਪਟ ਕਰਤੇ ਕਿ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਇੱਦਾਂ ਇੰਡਲਜ ਕਰਾਤੇ ਕਿ ਉਹ ਆਪਣੀ ਹੋਂਦ ਤੋਂ ਬਹੁਤ ਪਿਛਾਂਹ ਚਲੇ ਜਾ ਚੁੱਕੇ, ਭੁੱਲ ਚੁੱਕੇ ਆ ਕਿ ਅਕਾਲੀ ਦਲ ਦਾ ਅਸਲੀ ਮਕਸਦ ਕੀ ਸੀਗਾ। ਹੁਣ ਤੁਸੀਂ ਦੇਖੋ, ਜਿਹੜਾ ਤੁਸੀਂ ਪਹਿਲੇ ਕੋਟ ਕੀਤਾ ਹੈਗਾ, ਜਿਹੜਾ ਚੀਫ ਜਸਟਿਸ ਦਾ ਬਿਆਨ ਆਇਆ ਹੈਗਾ ਡਿਊਰਿੰਗ ਦੀ ਜਿਹੜੀ ਚੱਲ ਰਹੀ ਸੀ ਪ੍ਰੋਸੀਡਿੰਗਸ ਅਬਾਊਟ ਕਸ਼ਮੀਰ, ਤੇ ਉਹਨਾਂ ਨੇ ਚੰਡੀਗੜ੍ਹ ਬਾਰੇ ਕਿੱਡਾ ਮਤਲਬ ਕਿ ਸਟਰੋਂਗ ਬਿਆਨ ਦਿੱਤਾ ਵੀ ਦੇਖੋ ਜਿਹੜੀ ਉਹ ਯੂਨੀਅਨ ਟੈਰੀਟਰੀ, ਉਹ ਤਾਂ ਅੱਜ ਤੱਕ ਕਿਤੇ ਛੋਟੇ ਤੋਂ ਕਨਵਰਟ ਨਹੀਂ ਹੋਈ ਵਾਪਸ, ਉਹ ਤਾਂ ਇੱਕ ਪਰਮਾਨੈਂਟ ਯੂਨੀਅਨ ਟੈਰੀਟਰੀ ਵਾਂਗੂ ਦਿਖਾਈ ਦੇ ਰਹੀ ਹੈਗੀ ਆ। ਤੇ ਇਹਨਾਂ ਦਾ ਉਸ ਬਾਰੇ ਕੋਈ ਬਿਆਨ ਨਹੀਂ ਆਇਆ, ਨਾ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਕਰਮ ਆਇਆ। ਹੋਰ ਵੀ ਬਹੁਤ ਇਸ ਤਰ੍ਹਾਂ ਦੇ ਇਸ਼ੂਸ ਉੱਠਦੇ ਨੇ ਟਾਈਮ ਟੂ ਟਾਈਮ, ਜਿਨ੍ਹਾਂ ਬਾਰੇ ਇਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਉਂਦਾ, ਕਿਉਂਕਿ ਉਹ ਇਹਨਾਂ ਦੀ ਜਿਹੜੀ ਹੈਗੀ ਆ ਸਮਝ ਸ਼ਕਤੀ ਤੋਂ ਮੇਰੇ ਖਿਆਲ ਉਹ ਚੀਜ਼ਾਂ ਅੱਗੇ ਲੰਘ ਜਾਂਦੀਆਂ ਨੇ, ਜਾਂ ਇਹ ਜਾਣ ਕੇ ਸਮਝਣਾ ਨਹੀਂ ਚਾਹੁੰਦੇ। ਤਰ੍ਹਾਂ ਇਹਨਾਂ ਦੇ ਜਿਹੜਾ ਸਰ ਬਲਵਿੰਦਰ ਸਿੰਘ ਭੁੰਡਰ ਵੱਲੋਂ ਇਹ ਬਿਆਨ ਆਇਆ ਸੀ, ਸਾਨੂੰ ਇੰਡੀਆ ਅਲਾਇੰਸ ਵਾਲਿਆਂ ਦਾ ਸੱਦਾ ਆਇਆ, ਪਰ ਇੰਡੀਆ ਅਲਾਇੰਸ ਵਾਲਿਆਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਕਿ ਉਹਨਾਂ ਨੇ ਅਕਾਲੀ ਦਲ ਨੂੰ ਸੱਦਿਆ ਜਾਂ ਨਹੀਂ ਸੱਦਿਆ। ਇਹ ਇਹਨਾਂ ਵੱਲੋਂ ਹੀ ਆਪਣੀ ਇੱਕ ਜਿਹੜੀ ਇਹਨਾਂ ਦੇ ਅੰਦਰ ਲੋਨਲੀਨੈਸ ਕ੍ਰੀਏਟ ਹੋ ਚੁੱਕੀ ਹੈ, ਸ਼ਨ ਕਰ ਦਿੱਤਾ ਗਿਆ ਇਹਨਾਂ ਨੂੰ ਹਰ ਇੱਕ ਸਫੇਅਰ ਤੋਂ ਪੋਲਿਟਿਕਸ ਦੇ, ਚਾਹੇ ਉਹ ਸਟੇਟ ਪੋਲਿਟਿਕਸ ਹੈ ਤੇ ਚਾਹੇ ਉਹ ਨੈਸ਼ਨਲ ਪੋਲਿਟਿਕਸ ਹੈਗੀ ਆ।
ਉਹਦੇ ਕਰਕੇ ਵੀ ਇਹਨਾਂ ਦੀ ਜਿਹੜੀ ਘਬਰਾਹਟ ਹੈਗੀ ਉਹ ਇਸ ਤਰ੍ਹਾਂ ਦੇ ਪ੍ਰਤੀਕਰਮ ਇਹਨਾਂ ਤੋਂ ਦਵਾ ਰਹੀ ਹੈ, ਜਦ ਕਿ ਉਹਦੀਆਂ ਇੰਪਲੀਕੇਸ਼ਨਸ ਇਹ ਸੋਚ ਨਹੀਂ ਰਹੇ ਕਿ ਇਸ ਨਾਲ ਜਿਹੜੀ ਤੁਹਾਡੀ ਰੀਜਨਲ ਪਾਰਟੀ ਹੈ ਜਿਹਦੇ ਤੇ ਲਗਾਤਾਰ 2015 ਤੋਂ ਅਟੈਕ ਹੋ ਰਹੇ ਨੇ ਪਲੈਨਡ ਮੈਨਰ, ਉਹ ਚੀਜ਼ ਇਹ ਸਮਝੇ ਨਹੀਂ। ਇਹ ਕਦੀ ਕਿਸੇ ਬਾਬੇ ਨਾਲ ਉਲਝ ਗਏ ਤੇ ਕਦੀ ਕਿਸੇ ਹੋਰ ਥਾਂ ਤੇ ਉਲਝ ਗਏ, ਜਸਟ ਫॉर ਪੈਟੀ ਪੋਲਿਟਿਕਸ ਤੇ ਵੋਟ ਪੋਲਿਟਿਕਸ ਤੱਕ ਹੀ ਇਹਨਾਂ ਦੀ ਪੋਲਿਟਿਕਸ ਜਿਹੜੀ ਹੈਗੀ ਆ ਉਹ ਉੱਥੋਂ ਤੱਕ ਹੀ ਕੇਂਦਰਿਤ ਹੋ ਕੇ ਰਹਿ ਚੁੱਕੀ। ਸਰ ਮੈਂ ਆਡੀਅנס ਦੇ ਲਈ ਵਿੱਚ ਵੀਡੀਓ ਨੂੰ ਚਲਾਵਾਂਗੀ ਜਿਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਗੱਲ ਕਹਿ ਰਹੇ ਨੇ ਚੰਡੀਗੜ੍ਹ ਨੂੰ ਯੂਟੀ ਜਿਹੜਾ ਬਣਾਇਆ ਹੋਇਆ ਪਰਮਾਨੈਂਟ ਸਟੇਟਸ ਉਹਦੇ ਤੇ, ਤਾਂ ਕਿ ਆਡੀਅנס ਨੂੰ ਸਮਝ ਆ ਸਕੇ ਵੀ ਅਸੀਂ ਕੀ ਗੱਲ ਕਰਨ ਲੱਗੇ ਆ। The theme with which you began, which was the general situation in Jammu and Kashmir. As we see, the creation of union territories post-independence, you have on the one hand examples like Chandigarh, which was carved out during the Punjab Reorganization Act and remained a union territory. It was a permanent union territory. It was a part of state. It was a part of a state and became a union territory to be the common capital for two sister states. That one. Then you have a progression where certain areas of existing states became union territories in the progression of making them states. That's the northeast. For instance, you have Mizoram, you have Manipur, you have Tripura. They were part of states. They become union territories, but that's in the process of making them into a stable administration to become states. You can't immediately make them states. Parliament can certainly make that. Today the situation is not right to make them full-fledged states. Today we will carve them out, give them the status of a union territory. At a future point of time, when Parliament feels that, well, they now are sufficiently stable institutionally, we will make them as states, which we did in the Northeast. To put something, perhaps you may look at what we are trying to suggest. Why is it not possible for the union to say that, well, right now, say in a case of a particular state, we have such an extreme situation in terms of national security, in terms of, other... we want direct control. That we want for a certain stipulated period that a union territory should be created. But this creation of a union territory is not a feature of permanence. But this shall then again progress back to its position of a state. ਕੁਕੀ ਜੀ ਤੁਸੀਂ ਖੁਦ ਇਸ ਸੰਘਰਸ਼ ਦਾ ਹਿੱਸਾ ਰਹੇ ਹੋ। ਪੰਜਾਬ ਦੇ ਹੱਕੀ ਮੰਗਾਂ ਜਿਹੜੀਆਂ ਨੇ ਦੋ ਤਾਂ ਬਹੁਤ ਪ੍ਰਮੁੱਖ ਨੇ ਜੀ, ਇੱਕ ਤਾਂ ਆਪਣੀ ਰਾਜਧਾਨੀ ਔਰ ਦੂਸਰਾ ਪਾਣੀਆਂ ਦਾ ਮਸਲਾ। ਇਸ ਸਮੇਂ ਰਾਜਧਾਨੀ ਨੂੰ ਲੈ ਕੇ ਫੋਕੀ ਸਿਆਸਤ ਹੁੰਦੀ, ਨਾਅਰੇਬਾਜ਼ੀਆਂ ਦੀ ਅਸੀਂ ਦੇਖੀ ਹੈ ਜੀ, ਸਲੋਗਨ ਹੁੰਦੇ ਆ ਬਸ ਹੈਡਲਾਈਨ ਬਣਾਉਣ ਦੇ ਲਈ। ਪਰ ਜਦੋਂ ਚੀਫ ਜਸਟਿਸ ਆਫ ਇੰਡੀਆ ਗੱਲ ਨੂੰ ਕਹਿੰਦੇ ਨੇ ਸੁਪਰੀਮ ਕੋਰਟ ਦੇ ਵਿੱਚ, ਜਦੋਂ ਧਾਰਾ 370 ਨੂੰ ਹਟਾ ਕੇ ਜੰਮੂ ਕਸ਼ਮੀਰ ਨੂੰ ਯੂਟੀ ਦਾ ਸਟੇਟਸ ਦੇ ਦਿੱਤਾ ਗਿਆ, ਤਾਂ ਉੱਥੇ ਜਿਹੜੀ ਬਹਿਸ ਚੱਲਦੀ ਹੈ ਕਿ ਕੀ ਯੂਟੀ ਦਾ ਸਟੇਟਸ ਪਰਮਾਨੈਂਟ ਹੈਗਾ ਕਿ ਨਹੀਂ। ਇਸ ਮਸਲੇ ਤੇ ਗੱਲ ਕਰਦੇ ਚੀਫ ਜਸਟਿਸ ਗੱਲ ਕਹਿ ਰਹੇ ਨੇ ਕਿ ਸਾਨੂੰ ਦੱਸੋ, ਕੇਂਦਰ ਦੇ ਵਕੀਲ ਨੂੰ ਪੁੱਛ ਰਹੇ ਨੇ ਕਿ ਸਾਨੂੰ ਦੱਸੋ ਕਿ ਜਿਸ ਤਰ੍ਹਾਂ ਕੀ ਇਹ ਪਰਮਾਨੈਂਟ ਸਟੇਟਸ ਆ ਯੂਟੀ ਦਾ ਕਿ ਨਹੀਂ। ਔਰ ਇਹਦੇ ਵਿੱਚ ਉਦਾਹਰਣ ਉਹ ਦਿੰਦੇ ਨੇ ਪੰਜਾਬ ਦੀ, ਚੰਡੀਗੜ੍ਹ ਦੀ, ਕਿ ਚੰਡੀਗੜ੍ਹ ਜਿਹੜਾ ਉਹਨੂੰ ਜਿਸ ਤਰ੍ਹਾਂ ਤੁਸੀਂ ਪਰਮਾਨੈਂਟ ਯੂਟੀ ਬਣਾਇਆ ਹੋਇਆ, ਤਾਂ ਇਹਦੇ ਜਵਾਬ ਦੇ ਵਿੱਚ ਕੇਂਦਰ ਦੇ ਵਕੀਲ ਕਹਿੰਦੇ ਨੇ ਕਿ ਉਹ ਹਿੱਸਾ ਆ ਇੱਕ ਸਟੇਟ ਦਾ। ਕਿਹੜੀ ਸਟੇਟ ਦਾ ਉਹ ਉਹਨਾਂ ਨੇ ਨਾਮ ਨਹੀਂ ਲਿਆ, ਪਰ ਇਸੇ ਤੇ ਫਿਰ ਚੀਫ ਜਸਟਿਸ ਕਹਿੰਦੇ ਨੇ ਕਿ ਸਟੇਟ ਦਾ ਹਿੱਸਾ ਹੋ ਕੇ ਵੀ ਤੁਸੀਂ ਪਰਮਾਨੈਂਟ ਯੂਟੀ ਉਹਨੂੰ ਬਣਾਇਆ ਹੋਇਆ, ਕਿਤੇ ਜੰਮੂ ਕਸ਼ਮੀਰ ਚ ਐਵੇਂ ਤਾਂ ਨਹੀਂ ਹੋਏਗਾ। ਸਰ ਇਹ ਬਹੁਤ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਆਈ ਹੈ ਸੁਪਰੀਮ ਕੋਰਟ ਤੋਂ, ਜਿਹੜੀ ਏਪੈਕਸ ਕੋਰਟ ਹੈ ਇਸ ਦੇਸ਼ ਦੀ। ਪਰ ਇਸ ਤੋਂ ਬਾਅਦ ਕਿਤੇ ਵੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਤੁਹਾਨੂੰ ਯਾਦ ਹੋਏਗਾ ਸਰ ਸਪੈਸ਼ਲ ਸੈਸ਼ਨ ਸੱਦਿਆ ਸੀ ਵਿਧਾਨ ਸਭਾ ਦਾ ਚੰਡੀਗੜ੍ਹ ਦੇ ਵਿੱਚ। ਖੈਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਸਾਨੂੰ ਵੀ ਵਿਧਾਨ ਸਭਾ ਲਈ ਜਗ੍ਹਾ ਦਿਓ, ਔਰ ਹਰਿਆਣਾ ਨੂੰ ਵੀ ਜਗ੍ਹਾ ਮਿਲ ਰਹੀ ਹੈ, ਉਹਦਾ ਵੀ ਇੱਕ ਅਲੱਗ ਤੋਂ ਮਸਲਾ ਚੱਲ ਰਿਹਾ। ਹਰ ਇੱਕ ਚੀਜ਼ ਜਿਹੜੀ ਇੱਕ ਤਰ੍ਹਾਂ ਦੇ ਨਾਲ ਕੇਂਦਰ ਦੇ ਕੰਟਰੋਲ 'ਚ ਹੈ, ਪਰ ਪੰਜਾਬ ਤੋਂ ਆਵਾਜ਼ਾਂ ਨਹੀਂ ਉੱਠ ਰਹੀਆਂ। ਤੁਸੀਂ ਇਸ ਸੰਘਰਸ਼ ਦੇ ਵਿੱਚ ਰਹੇ ਹੋ, ਕੀ ਮਹਿਸੂਸ ਕਰਦੇ ਹੋ, ਕੀ ਹੋਣਾ ਚਾਹੀਦਾ ਪਲੀਜ਼? ਜਦੋਂ ਇਹ ਬਿਆਨ ਆਇਆ ਨਾ, ਵੈਸੇ ਪੰਜਾਬ ਔਨ ਏ ਹੋਲ ਜਿਹੜਾ ਇਸ ਟਾਈਮ ਤੇ ਹੈਗਾ ਬੜੇ ਅਨਪ੍ਰੈਜ਼ੀਡੈਂਟਡ ਕ੍ਰਾਈਸਿਸ ਵਿੱਚੋਂ ਨਿਕਲ ਰਿਹਾ ਹੈਗਾ। ਇੱਥੇ ਮਤਲਬ ਕਿ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਬੜੀ ਅਟਰਲੀ ਕਨਫਿਊਜ਼ਡ ਹੈਗੀ ਆ, ਆਊਟ ਆਫ ਲਾਈਨ ਵਿਦ ਦਾ ਪਬਲਿਕ ਹੈਗੀ ਆ। ਉੱਥੇ ਇਸ ਤਰ੍ਹਾਂ ਦਾ ਜਿਹੜਾ ਬਿਆਨ ਆਇਆ ਉਹ ਟੋਟਲੀ ਇਗਨੋਰ ਕਰ ਦਿੱਤਾ ਗਿਆ, ਜੋ ਚੀਫ ਜਸਟਿਸ ਨੇ ਇੱਕ ਅਨਾਲੋਜੀ ਦਿੱਤੀ ਆਪਣੇ ਪ੍ਰੋਸੀਡਿੰਗਸ ਦੇ ਦੌਰਾਨ। पर इस तरह की एक सीगी एनोलॉजी कि उस बात का थप्पड़ कुछ लगा इस तरह
उस बात का थप्पड़ कुछ लगा इस तरह के यार दिल सोचता है कि यार दिल सोचता है शर्म से मर क्यों ना गए हो, क्योंकि ये इस तरह का एक इशू हैगा ਜਿਹੜਾ ਕਿ ਸਾਡੇ ਨਾਲ ਇਮੋਸ਼ਨਲੀ ਇੰਨਾ ਅਟੈਚਡ ਆ ਕਿ ਜਦ ਦੇ ਅਸੀਂ ਜੰਮੇ ਆ ਅਸੀਂ ਇਹੀ ਸੋਚਦੇ ਆਏ ਆ ਕਿ ਚੰਡੀਗੜ੍ਹ ਸਾਡਾ, ਪਰ ਸਾਡਾ ਹੁੰਦਾ ਹੋਇਆ ਵੀ ਚੰਡੀਗੜ੍ਹ ਸਾਡਾ ਨਹੀਂ ਬਣ ਸਕਿਆ। ਨਾ ਅਸੀਂ ਚੰਡੀਗੜ੍ਹ ਨੂੰ ਹਾਸਲ ਕਰ ਸਕੇ ਤੇ ਨਾ ਸਾਡੇ ਲੀਡਰ ਸਾਨੂੰ ਹਾਸਲ ਕਰਕੇ ਦੇ ਸਕੇ। ਇਹਦੇ ਬਾਰੇ ਫੋਕੀ ਸਿਆਸਤ ਬਹੁਤ ਹੋਈ ਹੈਗੀ ਆ, ਇੱਥੋਂ ਤੱਕ ਕਿ ਸਾਡਾ ਦਰਬਾਰ ਸਾਹਿਬ ਤੱਕ ਤੇ ਵੀ ਅਟੈਕ ਹੋਇਆ ਇੰਡੀਅਨ ਆਰਮੀ ਦਾ, ਉਦੋਂ ਵੀ ਇਹ ਇੱਕ ਮੁੱਦਾ ਸੀਗਾ। ਤੇ ਜਦੋਂ ਇਹਨਾਂ ਨੇ ਫੋਕਾ ਸਮਝੌਤਾ ਕੀਤਾ ਉਦੋਂ ਵੀ ਇਹ ਇੱਕ ਪ੍ਰੋਮੀਨੈਂਟ ਕਲੌਜ਼ ਸੀਗਾ, ਪਰ ਇਹ ਕਦੀ ਸਾਨੂੰ ਹਾਸਲ ਨਹੀਂ ਹੋਇਆ। ਤੁਸੀਂ ਇਹ ਦੇਖੋ ਦੂਜੇ ਪਾਸੇ ਜਦੋਂ ਸੂਬੇ ਲਿੰਗੁਇਸਟਿਕ ਬੇਸਿਸ ਤੇ ਬਣਨ ਲੱਗੇ ਤਾਂ ਆਂਧਰਾ ਪ੍ਰਦੇਸ਼ ਦਾ ਇੱਕ ਕ੍ਰਾਂਤੀਕਾਰੀ ਸੀਗਾ, ਉਹਦਾ ਨਾਂ ਹੈਗਾ ਪੌਂਟੀ ਸ਼੍ਰੀ ਰਮਾਲੂ। ਉਹਨਾਂ ਨੇ ਜਦੋਂ ਆਂਧਰਾ ਪ੍ਰਦੇਸ਼ ਨੂੰ ਲਿੰਗੁਇਸਟਿਕ ਬੇਸ ਤੇ ਮੰਨਿਆ ਨਹੀਂ ਸੀ ਜਾ ਰਿਹਾ, ਸਟੇਟਹੁੱਡ ਨਹੀਂ ਸੀ ਦਿੱਤੀ ਜਾ ਰਹੀ, ਤਾਂ ਉਹਨੇ 58 ਦਿਨ ਦਾ ਫਾਸਟ ਅਨਟੂ ਡੈਥ ਰੱਖਿਆ ਸੀ। 58 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ, ਪਰ ਉਸ ਦੀ ਮੌਤ ਨੇ ਐਸਾ ਵਾਹ ਵਰੋੜਾ ਲਿਆਂਦਾ ਆਂਧਰਾ ਦੇ ਵਿੱਚ ਕਿ ਟੋਟਲ ਪਬਲਿਕ ਜਿਹੜੀ ਸੀ ਉੱਠ ਖੜੀ ਹੋਈ ਸੀ ਅਗੇਂਸਟ ਦਾ ਇੰਡੀਅਨ ਸਟੇਟ। ਤੇ ਉਸ ਦੇ ਮਰਨ ਵਰਤ ਨੇ, ਉਸ ਦੇ ਮਰਨ ਉਪਰੰਤ, ਉਸ ਦੀ ਸ਼ਹਾਦਤ ਤੋਂ ਬਾਅਦ ਆਂਧਰਾ ਪ੍ਰਦੇਸ਼ ਨੂੰ ਰਾਈਟ ਵੇ 1956 ਦੇ ਵਿੱਚ ਉਹਨਾਂ ਨੂੰ ਲਿੰਗੁਇਸਟਿਕ ਬੇਸਿਸ ਤੇ ਆਂਧਰਾ ਪ੍ਰਦੇਸ਼ ਨੂੰ ਉਹਦਾ ਸੂਬਾ ਮਿਲਿਆ ਸੀ। ਤੇ ਦੂਜੇ ਪਾਸੇ ਜਿਹੜੇ ਸਾਡੇ ਅਕਾਲੀ ਦਲ ਆ, ਕਿਉਂਕਿ ਸਿਰਫ ਅਕਾਲੀ ਦਲ ਨੇ ਹੀ ਚੰਡੀਗੜ੍ਹ ਬਾਰੇ ਲਗਾਤਾਰ ਆਵਾਜ਼ ਪਹਿਲੇ ਉਠਾਉਂਦੇ ਰਹੇ, ਅੱਜ ਕੱਲ੍ਹ ਨਹੀਂ ਪਹਿਲਾਂ ਇਹ ਉਠਾਉਂਦੇ ਰਹੇ ਨੇ, ਬਹੁਤ ਜ਼ਬਰਦਸਤ ਤਰੀਕੇ ਨਾਲ ਮੋਰਚੇ ਵੀ ਇਹਨਾਂ ਨੇ ਲਾਏ। ਜਦ ਕਿ ਦੂਸਰੀਆਂ ਜਿਹੜੀਆਂ ਕਾਂਗਰਸ ਪਾਰਟੀ ਆ ਉਹਨਾਂ ਨੇ ਕਦੀ ਇੰਨੀ ਹਿੰਮਤ ਵੀ ਨਹੀਂ ਕੀਤੀ ਕੋਈ ਚੰਡੀਗੜ੍ਹ ਦਾ ਕਦੀ ਜ਼ਿਕਰ ਕਰ ਸਕਣ ਜਾਂ ਆਪਣੀ ਸੈਂਟਰਲ ਗਵਰਨਮੈਂਟ ਨੂੰ ਕਹਿ ਸਕਣ। ਇਹਨਾਂ ਦੀ ਭਾਈ ਜਿਹੜੀ ਇਹਨਾਂ ਦੀ ਆਪ ਦੀ ਪਾਰਟੀ ਦੀ ਗਵਰਨਮੈਂਟ ਸੀਗੀ ਕਿ ਚੰਡੀਗੜ੍ਹ ਜਿਹੜਾ ਇਸ਼ੂ ਆ ਉਹ ਪੰਜਾਬ ਦਾ ਹੈਗਾ, ਉਹਨੂੰ ਪੰਜਾਬ ਨੂੰ ਦੇਣਾ ਚਾਹੀਦਾ। ਪਰ ਜਿਸ ਤਰ੍ਹਾਂ ਦੇ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਰਮਾਲੂ ਨੇ ਕਿੱਡੀ ਵੱਡੀ ਸ਼ਹਾਦਤ ਦਿੱਤੀ ਤੇ ਫਿਰ ਉਹਨੇ ਹਾਸਲ ਵੀ ਕੀਤਾ ਲੋਕਾਂ ਦੇ ਸਹਿਯੋਗ ਦੇ ਨਾਲ। ਤੇ ਇੱਥੇ ਸਾਡੇ ਕੀ ਕੀਤਾ ਲੀਡਰਸ਼ਿਪ ਨੇ, ਜਦੋਂ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਤੇ ਅਧੂਰਾ ਮੋਰਚਾ ਵਿੱਚੋਂ ਹੀ ਛੱਡ ਕੇ ਨਾ ਤਾਂ ਤੁਹਾਨੂੰ ਚੰਡੀਗੜ੍ਹ ਮਿਲਿਆ ਨਾ ਸਾਨੂੰ ਪੂਰੇ ਸੂਬੇ ਦੇ ਇਲਾਕੇ ਮਿਲੇ। ਤੇ ਉਹਨਾਂ ਨੇ ਕਦੀ ਧਰਮ ਆਪਣੇ ਉਹ ਕਰਮ ਕਾਂਡ ਜੇ ਲਾ ਲਏ ਦਰਬਾਰ ਸਾਹਿਬ ਦੇ ਵਿੱਚ ਵੀ, ਹੁਣ ਅਸੀਂ ਜੀ ਅਗਨ ਭੇਂਟ ਹੋਣ ਲੱਗੇ ਹਾਂ, ਅਸੀਂ ਹੁਣ ਆਹ ਹੋਣ ਲੱਗੇ ਹਾਂ, ਝੂਠੀਆਂ ਅਰਦਾਸਾਂ ਇਹਨਾਂ ਨੇ ਕੀਤੀਆਂ। ਇਹਨਾਂ ਨੇ ਉਹ ਤਮਾਸ਼ਾ ਕੀਤਾ ਇਸ ਮੁੱਦੇ ਤੇ। ਆਖਿਰਕਾਰ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਨੂੰ ਆਪਣੀ ਸ਼ਹਾਦਤ ਦੇਣੀ ਪਈ। ਉਹਨਾਂ ਨੇ ਲੰਮਾ ਮਨ ਵਰਤ ਰੱਖਿਆ ਸੀ, ਪਰ ਉਹਨਾਂ ਦੀ ਸ਼ਹਾਦਤ ਦਾ ਪੰਜਾਬ ਦੇ ਵਿੱਚ ਮੁੱਲ ਪੈ ਨਹੀਂ ਸਕਿਆ, ਕਿਉਂਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ ਇੰਨੀ ਥੋਰਲੀ ਕਰਪਟ ਹੈਗੀ ਆ ਕਿ ਇਹ ਆਪਣੇ ਜਿਹੜੇ ਇਸ਼ੂਜ਼ ਬਾਰੇ ਇੰਨੇ ਕਰਪਟ ਨੇ ਕਿ ਕਦੀ ਵੀ ਇਹਨਾਂ ਨੇ ਸੰਜੀਦਗੀ ਦੇ ਨਾਲ ਟੇਬਲ ਤੇ ਬੈਠ ਕੇ ਕਦੀ ਕੋਈ ਮਸਲਾ ਹੱਲ ਨਹੀਂ ਸਾਡਾ ਕਰਾਉਣਾ ਚਾਹਿਆ। ਇਹ ਕਦੀ ਤਾਂ ਬਾਹਰੋਂ ਰੌਲੇ ਇਹ ਬਹੁਤ ਪਾਉਂਦੇ ਨੇ, ਜਦੋਂ ਅੰਦਰ ਜਾਂਦੇ ਨੇ ਮੇਜ਼ ਤੇ ਗੱਲਬਾਤ ਕਰਨ ਲਈ ਤਾਂ ਉਦੋਂ ਇਹ ਆਪਣੇ ਮਫਾਦ ਹੀ ਹੱਲ ਕਰਾ ਕੇ ਬਾਹਰ ਆ ਜਾਂਦੇ ਨੇ। ਜਿਸ ਤਰ੍ਹਾਂ ਕਿ ਲੌਂਗੋਵਾਲ ਨੇ ਸਮਝੌਤਾ ਕੀਤਾ, ਹੁਣ ਪਹਿਲੀ ਗੱਲ ਤਾਂ ਉਹਦੇ ਕੋਲੇ ਮੈਂਡੇਟ ਉਸ ਟਾਈਮ ਤੇ ਪੰਜਾਬ ਦਾ ਹੈ ਨਹੀਂ ਸੀ, ਉਹ ਇੱਕ ਪਾਰਟੀ ਦਾ ਪ੍ਰਧਾਨ ਸੀ ਨਾ ਕਿ ਪੰਜਾਬ ਦਾ ਪ੍ਰਧਾਨ ਸੀਗਾ। ਉਹਨੂੰ ਕਿਸ ਹੈਸੀਅਤ ਵਿੱਚ ਸੱਦ ਕੇ ਇੱਕ ਮੋਹਰਾ ਬਣਾਇਆ ਕਿ ਜਿਵੇਂ ਪੰਜਾਬ ਨਾਲ ਸਮਝੌਤਾ ਹੋ ਰਿਹਾ ਹੁੰਦਾ ਇੰਡੀਅਨ ਗਵਰਨਮੈਂਟ ਦਾ, ਉਹ ਸਮਝੌਤਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦਾ ਇੰਡੀਅਨ ਗਵਰਨਮੈਂਟ ਦੇ ਨਾਲ, ਰਾਜੀਵ ਗਾਂਧੀ ਦੇ ਪ੍ਰਾਈਮ ਮਿਨਿਸਟਰਸ਼ਿਪ ਦੇ ਨਾਲ। ਪਰ ਉਸ ਦਾ ਆਪਾਂ ਨੂੰ ਨਤੀਜਾ ਆਪਣੇ ਸਾਹਮਣੇ ਖੜਾ ਹੈਗਾ ਵੀ ਇੱਕ ਵੀ ਕਲੌਜ਼ ਉਹਦਾ ਲਾਗੂ ਨਹੀਂ ਹੋਇਆ। ਜਦੋਂ ਕਿ ਦੂਜੇ ਪਾਸੇ 1 ਸਾਲ ਬਾਅਦ ਮੀਜ਼ੋਰਾਮ ਦਾ ਸਮਝੌਤਾ ਹੁੰਦਾ ਇੱਕ ਰੈਬਲ ਲੀਡਰ ਨਾਲ, ਲਾਲ ਡੇਂਗਾ, ਜਿਹੜਾ ਉਸ ਟਾਈਮ ਤੇ ਆਰਮਡ ਸਟਰਗਲ ਲੜ ਰਿਹਾ ਸੀ ਇੰਡੀਅਨ ਸਟੇਟ ਦੇ ਉਲਟ। ਤੇ ਦੂਜੇ ਪਾਸੇ ਲੌਂਗੋਵਾਲ ਹੁਣੀ ਉਹ ਲੀਡਰ ਨੇ ਜਿਹੜੇ 3-3 ਫੁੱਟੀਆਂ ਕਿਰਪਾਨਾਂ ਪਾ ਕੇ ਗੋਡੇ ਟੇਕਦੇ ਸੀ ਇਹਨਾਂ ਨੇ ਆਰਮੀ ਅੱਗੇ 1984 ਦੇ ਵਿੱਚ। ਦੂਜੇ ਪਾਸੇ ਇਹ ਲੀਡਰ ਸੀ ਜਿਹੜੇ ਸਮਝੌਤਾ ਕਰਨ ਗਏ ਸੀ। ਅੱਜ ਤੁਸੀਂ ਦੇਖੋ ਕਿ ਮੀਜ਼ੋਰਾਮ ਕੋਲੇ ਕਿੱਡੇ ਅਧਿਕਾਰ ਹਾਸਲ ਨੇ ਤੇ ਸਾਡੇ ਕੋਲੇ ਕਿਹੜੇ ਅਧਿਕਾਰ ਨੇ ਕਿ ਸਾਡੇ ਬਾਰਡਰ ਬੰਦ ਨੇ, ਸਾਨੂੰ ਸਾਰੇ ਪਾਸੋਂ ਘੇਰਿਆ ਹੋਇਆ, ਸਾਡੀ ਖੇਤੀ ਜਿਹੜੀ ਹੈਗੀ ਆ ਉਹ ਡੁੱਬਣ ਕਿਨਾਰੇ ਖੜੀ ਆ, ਜਦ ਕਿ ਇਹ ਖੇਤੀ ਪ੍ਰਧਾਨ ਸੂਬਾ ਹੈਗਾ। ਤੇ ਦੂਜੇ ਪਾਸੇ ਮੀਜ਼ੋਰਾਮ ਵਰਗੇ ਜਿਹੜੇ ਸੂਬੇ ਨੇ ਉਹਨਾਂ ਨੂੰ ਕਿੰਨੀ ਖੁੱਲ੍ਹ ਆ। ਦੂਜੇ ਪਾਸੇ ਨਾਗਾਲੈਂਡ ਆ, ਉਹਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ, ਫਰੇਮਵਰਕ ਐਗਰੀਮੈਂਟ ਸਾਈਨ ਹੋਇਆ ਤੇ ਉਹਨਾਂ ਦੀ ਕਿੱਥੇ ਜਾ ਕੇ ਗੱਲ ਖੜੀ ਹੈ ਇੰਡੀਅਨ ਗਵਰਨਮੈਂਟ ਦੇ ਨਾਲ। ਇਨਫੈਕਟ ਵਿਦ ਦਾ
ਪ੍ਰੈਜ਼ੈਂਟ ਗਵਰਨਮੈਂਟ ਕਿ ਉਹ ਪੂਰਾ ਆਪਣਾ ਫਲੈਗ ਮੰਗ ਰਹੇ ਨੇ, ਆਪਣੀ ਸੋਵਰਨ ਨੇਸ਼ਨ ਮੰਗ ਰਹੇ ਨੇ, ਐਜ਼ ਏ ਸੋਵਰਨ ਸਟੇਟਸ ਮੰਗ ਰਹੇ ਨੇ, ਜਦ ਕਿ ਸਾਡੇ ਕੋਲੇ ਤਾਂ ਗੁਰੂ ਸਾਹਿਬ ਆਪਣਾ ਸੋਵਰਨ ਸਟੇਟਸ ਛੱਡ ਕੇ ਗਏ ਸੀ, ਸਾਨੂੰ ਅਕਾਲ ਤਖਤ ਦੇ ਕੇ ਗਏ ਸੀ, ਜਿਹੜਾ ਸਾਡਾ ਸਿੰਬਲ ਸੀਗਾ ਸੋਵਰਨ ਸਟੇਟਸ ਦਾ। ਸਾਨੂੰ ਮਹਾਰਾਜਾ ਰਣਜੀਤ ਸਿੰਘ ਅਜਿਹਾ ਰਾਜ ਛੱਡ ਕੇ ਗਿਆ ਸੀ ਜਿਹਦੇ ਵਿੱਚ ਇੱਕ ਵੀ ਜੇਲ੍ਹ ਨਹੀਂ ਸੀ, ਕੋਈ ਕੈਦ ਉੱਥੇ ਕੈਦ ਕਰਨ ਲਈ ਕੋਈ ਜੇਲ੍ਹ ਖਾਨਾ ਨਹੀਂ ਸੀ ਬਣਿਆ, ਕਿਉਂਕਿ ਕਿਸੇ ਬੰਦੇ ਨੂੰ ਜੇਲ੍ਹ 'ਚ ਭੇਜਿਆ ਹੀ ਨਹੀਂ ਜਾਂਦਾ ਸੀ। ਇਹ ਆਪਣੇ ਆਪ ਵਿੱਚ ਪਿਛਲੇ 500 ਸਾਲਾਂ ਦਾ ਇੱਕ ਵਿਲੱਖਣ ਰਾਜ ਸੀਗਾ, ਜਿਹਨੂੰ ਕਿ ਅਕਾਲੀ ਦਲ ਨੇ 1920 ਵਿੱਚ ਉਹ ਸਾਡਾ ਸੁਪਨਾ ਹੀ ਮਾਰ ਦਿੱਤਾ ਗਿਆ, ਜਿਹਦੇ ਬਾਰੇ ਅੱਜ ਤੱਕ ਵੀ ਕਦੀ ਇਹਨਾਂ ਦੇ ਮੂੰਹੋਂ ਤੁਸੀਂ ਜ਼ਿਕਰ ਨਹੀਂ ਸੁਣੋਗੇ। ਇਹ ਚੰਡੀਗੜ੍ਹ ਤਾਂ ਕਿੱਥੋਂ ਲੈ ਦੇਣਗੇ, ਇਹਨਾਂ ਨੇ ਤਾਂ ਸਾਡਾ ਲਾਹੌਰ ਗਵਾਤਾ। ਮੈਂ ਤੁਹਾਨੂੰ ਮਾਣਮੱਤੇ ਇਤਿਹਾਸ ਤੋਂ, ਆਮ ਸੌਰੀ ਕੁਕੀ ਜੀ, ਮੈਂ ਮਾਣਮੱਤੇ ਇਤਿਹਾਸ ਤੋਂ ਤੁਹਾਨੂੰ ਅੱਜ ਤੇ ਲੈ ਕੇ ਆ ਰਹੀ ਹੈਗੀ ਆ ਵੀ ਠੀਕ ਹੈ, ਜੋ ਕੁਝ ਹੋਇਆ ਮਹਾਰਾਜਾ ਰਣਜੀਤ ਸਿੰਘ ਤੱਕ ਗੱਲਾਂ ਠੀਕ ਹੈ ਜੀ, ਬਿਲਕੁਲ ਅਗਰੀ। ਪਰ ਅੱਜ ਦੇ ਸਮੇਂ 'ਚ ਦੱਸੋ ਜੀ, ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ, ਨਾ ਮੁੱਖ ਮੰਤਰੀ ਬੋਲਦੇ ਨੇ। ਆਪਾਂ ਅਕਾਲੀ ਦਲ ਤੇ ਇਸ ਗੱਲ ਦਾ ਉਮੀਦ ਜ਼ਰੂਰ ਕਰਦੇ ਹਾਂ ਕਿ ਉਹ ਗੱਲ ਕਰੇ, ਪਰ ਬਾਕੀ ਵੀ ਪਾਰਟੀਆਂ ਨੇ ਸਰ, ਬਾਕੀ ਵੀ ਤੁਸੀਂ ਵੇਖਿਆ ਹੋਏਗਾ ਇੱਕ ਪਾਰਟੀ ਦੇ ਪ੍ਰਧਾਨ ਨੇ ਤਾਂ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਆਬਜ਼ਰਵ ਕੀਤਾ ਕਿ ਪੰਜਾਬ ਦਾ ਮਾਹੌਲ ਹੁਣ ਜਿਹੜਾ ਆ ਕਾਫੀ ਰਾਈਟ ਵਿੰਗ ਟਾਈਪ ਨੂੰ ਹੋ ਰਿਹਾ ਹੈਗਾ। ਸੋ ਅੱਜ ਦੀ ਸਰਕਾਰ ਮੌਜੂਦਾ ਤੇ ਬਾਕੀ ਆਪੋਜੀਸ਼ਨ ਧਿਰਾਂ ਇਸ ਗੱਲ ਨੂੰ ਟਵੀਟ ਤੱਕ ਵੀ ਨਹੀਂ ਕਰ ਸਕੀਆਂ ਜੀ, ਕਿਉਂਕਿ ਟਵਿੱਟਰ ਤੋਂ ਹੀ ਅੱਜ ਕੱਲ੍ਹ ਸਭ ਕੁਝ ਚੱਲਦਾ ਹੈਗਾ। ਇੱਕ ਵੀ ਉਹਨਾਂ ਨੇ ਆਪਣਾ ਬਿਆਨ ਜਿਹੜਾ ਇਹਦੇ ਤੇ ਨਹੀਂ ਛੱਡਿਆ ਹੈਗਾ, ਅੱਖਾਂ ਬੰਦ ਕਰ ਲਈਆਂ ਬਿੱਲੀ ਨੂੰ ਦੇਖ ਕੇ ਕਬੂਤਰ ਨੇ, ਐਵੇਂ ਲੱਗਦਾ ਹੈਗਾ ਜੀ। ਨਹੀਂ, ਇਹਨਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਨਾ, ਚਾਹੇ ਪ੍ਰੈਜ਼ੈਂਟ ਆਪ ਗਵਰਨਮੈਂਟ ਹੈਗੀ, ਇਹ ਤਾਂ ਚਲਾਈ ਹੀ ਦਿੱਲੀ ਦਰਬਾਰੀਆਂ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ। ਇਹ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਇਸ਼ੂਟ ਹੋਣਗੇ? ਇਹ ਤਾਂ ਜਦੋਂ ਪਿਛਲੇ ਸਾਲ 10 ਜੂਨ ਨੂੰ ਨਾਰਥ ਜ਼ੋਨ ਕੌਂਸਲ ਦੀ ਅਹਿਮ ਮੀਟਿੰਗ ਹੋਈ, ਉਸ ਮੀਟਿੰਗ ਵਿੱਚ ਬਾਕੀ ਸਟੇਟਸ ਦੇ ਤਾਂ ਚੀਫ ਮਿਨਿਸਟਰ ਆਏ ਹੋਏ, ਸਿਰਫ ਪੰਜਾਬ ਹੀ ਇੱਕ ਇੱਦਾਂ ਦੀ ਸਟੇਟ ਸੀ ਕਿ ਜਿਹਦਾ ਚੀਫ ਮਿਨਿਸਟਰ ਉੱਥੇ ਗਿਆ ਨਹੀਂ। ਕਿਸੇ ਐਡੀ ਅਹਿਮ ਮੀਟਿੰਗ ਵਿੱਚ ਵੀ ਇਹ ਸਕਿਪ ਕਰ ਗਏ ਨੇ। ਆਪਣੇ 2 ਮਿਨਿਸਟਰ ਜਿਹੜੇ ਭੇਜੇ, ਉਹ ਇੱਕ ਮਿਨਿਸਟਰ ਤਾਂ ਉੱਥੇ ਜਾ ਕੇ ਟ੍ਰਾਈਬਿਊਨਲ ਦੀ ਗੱਲ ਕਰ ਰਿਹਾ ਵਾਟਰ ਸ਼ੇਅਰਿੰਗ ਬਾਰੇ, ਜਦ ਕਿ ਟ੍ਰਾਈਬਿਊਨਲ ਉੱਥੇ ਮੰਗ ਕੀਤੀ ਜਾਂਦੀ ਆ ਜਿੱਥੇ ਤੁਸੀਂ ਰਿਵਰ ਵਾਟਰ ਜਿਹੜਾ ਤੁਹਾਡਾ ਕਿਸੇ ਨਾਲ ਸ਼ੇਅਰ ਹੋ ਰਿਹਾ ਹੋਵੇ, ਵੀ ਜਿਹੜੀ ਰਿਵਰ ਤੁਹਾਡੀ ਸਟੇਟ 'ਚੋਂ ਲੰਘਦੀ ਉਹ ਦੂਜੀ ਸਟੇਟਸ ਵੀ ਜਾ ਰਹੀ ਹੋਵੇ, ਜਿਵੇਂ ਆਪਾਂ ਤੇ ਹਿਮਾਚਲ ਪ੍ਰਦੇਸ਼ ਹੈਗੇ ਆ। ਦੂਜੇ ਸਟੇਟਸ ਦੇ ਨਾਲ ਤਾਂ ਟ੍ਰਾਈਬਿਊਨਲ ਦਾ ਮਤਲਬ ਹੀ ਹੈ ਨਹੀਂ ਸੀ ਕੋਈ। ਦੂਜੇ ਪਾਸੇ ਜਦੋਂ ਹਰਿਆਣੇ ਦਾ ਚੀਫ ਮਿਨਿਸਟਰ 10 ਕਿੱਲੇ ਜ਼ਮੀਨ ਮੰਗ ਰਿਹਾ ਸੀ ਤਾਂ ਉਹਦਾ ਇਹ ਕੋਈ ਵਿਰੋਧ ਨਹੀਂ ਕਰ ਸਕੇ, ਤੇ ਸਗੋਂ ਆ ਕੇ ਜਿਹੜਾ ਚੀਫ ਮਿਨਿਸਟਰ ਭਗਵੰਤ ਮਾਨ ਉਹ ਇਹ ਬਿਆਨ ਦੇ ਰਿਹਾ ਵੀ ਜੇ ਉਹਨਾਂ ਨੂੰ 10 ਕਿੱਲੇ ਚੰਡੀਗੜ੍ਹ 'ਚੋਂ ਦੇਣੇ ਆ ਤਾਂ ਸਾਨੂੰ ਵੀ ਨਿਊ ਚੰਡੀਗੜ੍ਹ 'ਚੋਂ ਦੇ ਦਿਓ। ਤਾਂ ਚੰਡੀਗੜ੍ਹ ਤੋਂ ਹੱਕ ਆਪਣਾ ਪਹਿਲੇ ਹੀ ਛੱਡੀ ਬੈਠੇ ਆ, ਤੇ ਜਿਨ੍ਹਾਂ ਨੇ ਹੱਕ ਜਤਾਉਣਾ ਸੀਗਾ ਉਹ ਆਪਣੀ ਧਰਾਤਲ ਹੀ ਗਵਾ ਚੁੱਕੇ ਆ ਕਿ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਵਾਕਈ ਉਹ ਐਜ਼ ਏ ਪੋਲੀਟੀਕਲ ਪਾਰਟੀ ਮੁੜ ਕੇ ਸਰਵਾਈਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਬਿਕੋਜ਼ ਆਫ ਦਾ ਲੀਡਰਸ਼ਿਪ ਜਿਹੜੀ ਉਹਨਾਂ ਨੇ ਹੁਣ ਤੱਕ ਉਪਜੀ ਹੈਗੀ ਆ, ਜਿਨ੍ਹਾਂ ਨੇ ਸਾਡੇ ਸੁਪਨੇ ਖਾਧੇ ਆ। ਜੀ ਕੁਕੀ ਜੀ, ਚੰਡੀਗੜ੍ਹ ਦੀ ਯੂਟੀ ਦਾ ਪ੍ਰਸ਼ਾਸਨ ਵੀ ਜਿਹੜਾ ਹੈਗਾ ਨਾ, ਉਹ ਵੀ ਪਿਛਲੇ ਸਮੇਂ ਦੇ ਵਿੱਚ ਆਪਣੀ ਅਲੱਗ ਵਿਧਾਨ ਸਭਾ ਦੀ ਮੰਗ ਕਰ ਚੁੱਕਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਇਹ ਮੋਹਰ ਜੋ ਲੱਗ ਚੁੱਕੀ ਹੈ ਕਿ ਪਰਮਾਨੈਂਟ। ਆਉਣ ਵਾਲੇ ਐਪੀਸੋਡਸ ਦੇ ਵਿੱਚ ਇਹ ਵੀ ਦੱਸੂਗਾ ਕਿ ਕਿੰਨੀਆਂ ਵੱਡੀਆਂ ਚੇਂਜਸ ਆ ਚੁੱਕੀਆਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਐਜ਼ ਮਤਲਬ ਕਿ ਕੰਸਰਨਿੰਗ ਪੰਜਾਬ, ਤੇ ਉਹਦੇ EMPLOYEES ਬਾਰੇ ਕੀ ਸਟੇਟਸ ਹੈਗਾ। ਮੈਂ ਤੁਹਾਨੂੰ ਬਕਾਇਦਾ ਅਗਲੇ ਆਉਣ ਹੁਣ ਆਪਣਾ ਐਪੀਸੋਡ ਲੰਮਾ ਹੋ ਜਾਣਾ, ਨਹੀਂ ਮੈਂ ਤੁਹਾਨੂੰ ਇਹ ਵੀ ਦੱਸੂਗਾ ਵੀ ਕਿੰਨੀਆਂ ਚੇਂਜਸ ਹੋ ਚੁੱਕੀਆਂ ਨੇ। ਕੁਛ ਤਾਂ ਇਹਨਾਂ ਨੇ ਆਪ ਸੁਖਬੀਰ ਬਾਦਲ ਹੁਣਾਂ ਨੇ ਆਪ ਕਰਵਾਈਆਂ ਨੇ, ਜਿਸ ਤਰ੍ਹਾਂ ਬਿਲਡਿੰਗਸ ਉੱਥੋਂ ਮੂਵ ਕਰਕੇ ਇਹ ਸਾਰੀਆਂ ਮੁਹਾਲੀ ਚ ਲਿਆਏ ਜੀ ਸਰ, ਕਿਉਂਕਿ ਜੀ ਛੱਡਦੇ ਤੁਰੇ ਆਏ। ਆਖਿਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਗੱਲ ਤੁਸੀਂ ਆਪਣੇ ਮਨੋਂ ਕਹਿਣਾ ਚਾਹੁੰਦੇ ਹੈਗੇ ਆਡੀਅנס ਲਈ ਤਾਂ ਪਲੀਜ਼। ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕਈ ਵਾਰੀ ਇਰਾਨ ਦੇ ਵਿੱਚ ਹਜਾਬ ਦਾ ਜ਼ਿਕਰ ਕੀਤਾ ਹੈਗਾ, ਜਿਹੜਾ ਉੱਥੇ ਵਿਦਰੋਹ ਚੱਲ ਰਿਹਾ ਐਡੇ ਵੱਡੇ ਲੈਵਲ ਤੇ ਔਰਤਾਂ ਵੱਲੋਂ ਇੱਕ ਸੰਘਰਸ਼ ਨੂੰ ਲੀਡ ਕੀਤਾ ਜਾ ਰਿਹਾ, ਉਹਦੇ ਪ੍ਰਤੀ ਜਿਹੜੀ ਸਰਕਾਰ ਹੈਗੀ ਉੱਥੇ ਥਿਊਕਰੈਟਿਕ ਸਟੇਟ ਹੈਗੀ ਹੈ, ਜਿਹੜੀ ਕਿ ਮੁੱਲਿਆਂ ਦੀ ਸਰਕਾਰ ਆ, ਉਹ ਕਿਸੇ ਤਰ੍ਹਾਂ ਵੀ ਬੱਜ ਕਰਨ ਨੂੰ ਤਿਆਰ ਨਹੀਂ ਹੈਗੇ। ਹੁਣ ਉਹਨਾਂ ਨੇ ਇੱਕ ਨਵਾਂ ਢੰਗ ਤਰੀਕਾ ਅਪਣਾਇਆ ਹੈਗਾ, ਜਿਹਦੇ ਬਾਰੇ ਹਜੇ ਵੈਸਟਰਨ ਵਰਲਡ ਵਿੱਚੋਂ ਜਿਸ ਤਰ੍ਹਾਂ ਦਾ ਵਿਦਰੋਹ ਉੱਠਣਾ ਚਾਹੀਦਾ ਸੀ ਉਹ ਉੱਠ ਨਹੀਂ ਰਿਹਾ। ਉੱਥੇ ਜਿਹੜੀਆਂ ਮੁਹੰਮਦੀ ਵਰਗੀਆਂ ਜਨਾਨੀਆਂ ਨੇ ਬਹਾਦਰ,
ਅੱਜ ਉਹ ਜੇਲ੍ਹਾਂ ਵਿੱਚ ਬੈਠ ਕੇ ਵੀ ਆਪਣਾ ਵਿਦਰੋਹ ਨੂੰ ਜਾਰੀ ਰੱਖ ਰਹੀਆਂ ਨੇ। ਇਸੇ ਤਰ੍ਹਾਂ ਹੁਣ ਜਿਹੜਾ ਇਹਨਾਂ ਨੇ ਨਵਾਂ ਢੰਗ ਅਪਣਾਇਆ ਹੈਗਾ, ਔਰ ਹੁਣ ਜਿਹੜੀਆਂ ਔਰਤਾਂ ਨੇ ਉਹਨਾਂ ਉੱਪਰ ਇਸ ਤਰ੍ਹਾਂ ਦੀ ਸਖਤੀ ਇਹਨਾਂ ਨੇ ਵਧਾਈ ਹੈਗੀ ਕਿ ਜਦੋਂ ਉਹਨਾਂ ਨੂੰ ਸਜ਼ਾ ਦਿੰਦੇ ਨੇ ਹਿਜਾਬ ਪਾਉਣ ਕਰਕੇ, ਤਾਂ ਉਹਨਾਂ ਨੂੰ ਸਜ਼ਾ ਦਿੰਦੇ ਨੇ ਕਿ ਤੁਸੀਂ ਮੁਰਦਿਆਂ ਬੰਦਿਆਂ ਨੂੰ ਨਹਾਉਣਾ, ਜਾ ਕੇ ਉੱਥੇ ਜਿਹੜੀ ਸ਼ਮਸ਼ਾਨ ਘਾਟਾਂ ਵਿੱਚ ਉਹ ਮੁਰਦੇ ਬੰਦਿਆਂ ਨੂੰ ਨਹਾਉਣ ਦੀ ਉਹਨਾਂ ਤੋਂ ਸਖਤੀ ਨਾਲ ਡਿਊਟੀ ਲਵਾਈ ਜਾ ਰਹੀ ਆ, ਜਿਹੜਾ ਕਿ ਬਹੁਤ ਅਗੇਂਸਟ ਐਵਰੀ ਐਥੀਕਲ ਤੇ ਹਿਊਮੈਨਿਟੇਰੀਅਨ ਜਿਹੜਾ ਹੈਗਾ ਕੋਈ ਵੀ ਇਸ਼ੂ ਆ ਉਹਨੂੰ ਵੀ ਉਹ ਸ਼ਰਮਸ਼ਾਰ ਕਰਦਾ ਮਨੁੱਖਤਾ ਨੂੰ, ਜਿਸ ਤਰ੍ਹਾਂ ਦੀ ਉਹ ਸਜ਼ਾਵਾਂ ਦੇ ਰਹੇ ਨੇ। ਫਿਰ ਉਹ ਇਸ ਤਰ੍ਹਾਂ ਦੀਆਂ ਬੱਚੀਆਂ ਨੂੰ ਸਜ਼ਾਵਾਂ ਦੇ ਰਹੇ ਨੇ ਕਿ ਤੁਸੀਂ ਸਾਰਾ ਸ਼ਹਿਰ ਦਾ ਇੱਕ ਵੱਡਾ ਹਿੱਸਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਝਾੜੂ ਪੋਚੇ ਮਾਰਨੇ ਨੇ, ਸਫਾਈਆਂ ਕਰਨੀਆਂ ਨੇ। ਇਸੇ ਤਰ੍ਹਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਜਲਾਲਤ ਵਾਲੇ ਸਟੈਪਸ ਨੇ ਉਹ ਇਸ ਤਰ੍ਹਾਂ ਦੀਆਂ ਸਜ਼ਾਵਾਂ ਦੇ ਰਹੇ ਨੇ ਅੱਜ ਦੇ ਦਿਨਾਂ ਦੇ ਵਿੱਚ। ਕਿ ਅੱਜ ਦੀ ਜਿਹੜੀ ਦੁਨੀਆ ਉਹਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਕਾਹਦੇ ਕਰਕੇ ਹੋ ਰਿਹਾ ਕਿ ਉਹ ਆਪਣੀ ਪਸੰਦ ਦਾ ਪਹਿਰਾਵਾ ਨਹੀਂ ਪਾ ਸਕਦੀ ਤੇ ਦੁਨੀਆ ਇਸ ਤੇ ਖਾਮੋਸ਼ ਸਪੈਕਟੇਟਰ ਬਣੀ ਹੋਈ ਆ। ਜ਼ਰੂਰ ਵਿੱਚੋਂ ਆਵਾਜ਼ਾਂ ਜ਼ਰੂਰ ਉੱਠਦੀਆਂ ਨੇ, ਪਰ ਜਿਸ ਤਰ੍ਹਾਂ ਉੱਠਣੀਆਂ ਚਾਹੀਦੀਆਂ ਨੇ। ਤੇ ਦੂਜੇ ਪਾਸੇ ਉਹਨਾਂ ਨਾਲ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ ਉਸੇ ਇਰਾਨ ਨਾਲ। ਇਹਨਾਂ ਦੇ ਹੁਣ ਪ੍ਰਿਜ਼ਨਰ ਸਵੈਪ ਹੋਏ ਨੇ ਅਮਰੀਕਾ ਦੇ ਨਾਲ, ਉਹਨਾਂ ਨੇ ਇਹਨਾਂ ਦੇ ਕੈਦੀ ਛੱਡੇ ਆ, ਉਹਨਾਂ ਨੇ ਇਹਨਾਂ ਦੇ ਕੈਦੀ ਛੱਡੇ ਆ। ਪਰ ਉੱਥੇ ਜਿਸ ਤਰ੍ਹਾਂ ਦਾ ਜੋ ਬਾਈਡਨ ਪ੍ਰੈਜ਼ੀਡੈਂਟ ਅਮਰੀਕਾ ਵੱਲੋਂ ਕੋਈ ਰਿਐਕਸ਼ਨਸ ਆਉਣੇ ਚਾਹੀਦੇ ਆ ਕਿ ਇੰਨੀ ਇਨਹਿਊਮੇਨ ਟਰੀਟਮੈਂਟ ਚੱਲ ਰਹੀ ਹੈਗੀ ਆ ਪ੍ਰਿਜ਼ਨਰਸ ਦੇ ਨਾਲ। ਕਾਹਦੇ ਕਰਕੇ ਪ੍ਰਿਜ਼ਨਰਸ ਨੇ ਕਿ ਉਹ ਆਪਣੀ ਪਸੰਦ ਦੇ ਕੱਪੜੇ ਨਹੀਂ ਪਾ ਸਕਦੇ, ਉਹ ਵੀ ਅੱਜ ਦੇ ਯੁੱਗ ਦੇ ਵਿੱਚ। ਇਸ ਤਰ੍ਹਾਂ ਦੀ ਜਿਹੜੀ ਫੰਡਾਮੈਂਟਲਿਜ਼ਮ ਰਜੀਮਸ ਨੇ ਉਹਨਾਂ ਨੂੰ ਪ੍ਰਤੀ ਚਾਈਨਾ ਵਰਗੇ ਮੁਲਕ ਜਿਹੜੇ ਆ ਉਹਨਾਂ ਦੇ ਸਮਝੌਤੇ ਕਰਾ ਰਹੇ ਆ ਦੂਜੇ ਮੁਲਕਾਂ ਦੇ ਨਾਲ ਜਸਟ ਫॉर ਟ੍ਰੇਡ ਡੀਲਸ। ਇੰਡੀਆ ਦੀ ਵੀ ਉਹਨਾਂ ਨਾਲ ਟ੍ਰੇਡ ਡੀਲ ਚੱਲ ਰਹੀ ਹੈ ਇਰਾਨ ਨਾਲ, ਤਾਂ ਇੰਡੀਆ ਵੀ ਇਸ ਬਾਰੇ ਕਦੀ ਨਹੀਂ ਕੁਝ ਬੋਲੂਗਾ, ਕਿਉਂਕਿ ਇੱਥੇ ਤਾਂ ਆਪ ਆਪਣੇ ਹਿਜਾਬ ਦਾ ਕਰਨਾਟਕਾ 'ਚ ਕਿੱਡਾ ਵੱਡਾ ਇਸ਼ੂ ਖੜਾ ਹੈਗਾ। ਇੱਥੇ ਮਤਲਬ ਕਿ ਠੀਕ ਆ ਡਿਫਰੈਂਟ ਕਪੈਸਿਟੀ 'ਚ ਆ, ਇੱਥੇ ਹਿਜਾਬ ਵਾਲਾ ਇੱਥੇ ਹਿਜਾਬ ਪਾਉਣਾ ਚਾਹੁੰਦੀਆਂ ਨੇ, ਗਵਰਨਮੈਂਟ ਪਾਉਣ ਨਹੀਂ ਦਿੰਦੀ। ਉੱਥੇ ਉਹ ਜਿਹੜੀਆਂ ਆਜ਼ਾਦੀ ਭਾਲਦੀਆਂ ਨੇ ਔਰਤਾਂ, ਪਰ ਉਹਨਾਂ ਨੂੰ ਕਿਸ ਤਰ੍ਹਾਂ ਡੀਗ੍ਰੇਡ ਕੀਤਾ ਜਾ ਰਿਹਾ, ਡੀਹਿਊਮਨਾਈਜ਼ ਕੀਤਾ ਜਾ ਰਿਹਾ ਹੈਗਾ, ਉਹਦੇ ਬਾਰੇ ਦੁਨੀਆ ਅੱਜ ਚੁੱਪ ਖੜ ਕੇ ਇੱਕ ਮਤਲਬ ਕਿ ਸਾਇਲੈਂਟ ਸਪੈਕਟੇਟਰ ਬਣੀ ਆ, ਜਿਹੜੀ ਕਿ ਮਾਨਵਤਾ ਨੂੰ ਹੀ ਕੁਐਸਚਨ ਕਰਦੀ ਹੈ। ਥੈਂਕ ਯੂ ਸੋ ਮਚ ਕੁਕੀ ਜੀ, ਤੁਸੀਂ ਆਪਣਾ ਸਮਾਂ ਕੱਢਿਆ, ਆਪਣੇ ਵਿਚਾਰ ਸਾਂਝੇ ਕੀਤੇ। ਧੰਨਵਾਦ ਸਰ। ਥੈਂਕ ਯੂ ਸੋ ਮਚ।